ਵਾਹਿਗੁਰੂ ਸਾਹਿਬ ਜੀਓ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਨ ਜੇ। ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਅਚਲ ਮੂਰਤ ਅਨਭਉ ਪ੍ਰਕਾਸ਼। ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੋ ਸਾਹਾਣ ਗਣਿਜੈ। ਤ੍ਰੇ ਭਵਨ ਮਹੀਪ ਸੁਰ ਨਰ ਅਸੁਰ। ਨੇਤ ਨੇਤ ਬਣ ਤ੍ਰਿਣ ਕਹਿਤ ਤ ਸਰਬ ਨਾਮ ਕਥੈ ਕਵਨ। ਕਰਮ ਨਾਮ ਬਰਨਤ ਸੁਮਤ ਦੁਕਾਲੰ ਪਰਣਾਸੀ ਦਇਆਲੰ ਸਰੂਪੇ। ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਸਤਿਗੁਰੂ ਦੀਨ ਦੁਨੀਆ ਦੇ ਪਾਤਸ਼ਾਹ ਗੁਰਤਾ ਗੱਦੀ ਤੇ ਵਿਰਾਜਮਾਨ ਛਤਰ ਚਵਰ ਤਖਤ ਦੇ ਮਾਲਕ ਆਵਾਜ਼ ਵਾਪਸ ਆਉਂਦੀ ਉੱਤੋਂ। ਧੰਨ ਧੰਨ ਗਰੀਬ ਨਵਾਜ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਸੁਭਾਏਮਾਨ ਸਤਿਕਾਰਯੋਗ ਸਨਮਾਨਯੋਗ ਸਾਧ ਸੰਗਤ ਜੀ, ਆਓ ਗੁਰੂ ਸ਼ਬਦ ਨਾਲ ਸਾਂਝ ਪਾਈਏ। ਸਾਰੇ ਫਤਿਹ ਨਾਲ ਸਾਂਝ ਕਰੋ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਗਰ ਗੁਰੂ ਵਾਲੀ ਵਿਖੇ ਅੱਜ ਕਈ ਦਿਨਾਂ ਤੋਂ ਗੁਰਮਤਿ ਵਿਚਾਰਾਂ, ਗੁਰੂ ਇਤਿਹਾਸ, ਗੁਰਬਾਣੀ ਦਾ ਕੀਰਤਨ ਆਪ ਜੀ ਸੁਣ ਰਹੇ ਹੋ। ਸੋ ਆਓ ਮਨ ਨੂੰ ਇਕਾਗਰ ਕਰੀਏ। ਢਾਡੀ ਸਿੰਘਾਂ ਨੇ ਬਹੁਤ ਹੀ ਜੋਸ਼ ਵਿੱਚ, ਪਿਆਰ ਵਿੱਚ, ਜਜ਼ਬਾਤ ਵਿੱਚ ਸਾਹਿਬ ਕਲਗੀਧਰ ਪਾਤਸ਼ਾਹ ਜੀ ਦੇ ਆਪ ਜੀ ਨੂੰ ਦਰਸ਼ਨ ਕਰਾਏ ਹਨ। ਉਸੇ ਥਾਂ ਤੋਂ ਹੀ ਆਪਾਂ ਵਿਚਾਰ ਆਰੰਭ ਕਰਾਂਗੇ ਜਿਸ ਮਾਛੀਵਾੜੇ ਦੇ ਅਸਥਾਨ ਤੇ ਸਤਿਗੁਰੂ ਜੀ ਨੰਗੇ ਚਰਨ ਨੰਗੇ ਪੈਰ ਆਏ। ਇਸ ਅਸਥਾਨ ਦਾ ਨਾਮ ਵੀ ਚਰਨ ਕਮਲ ਸਾਹਿਬ ਤਾਂ ਹੀ ਪਿਆ। ਦਾਸ ਇੱਕ ਵਾਰੀ ਇਸ ਅਸਥਾਨ ਤੇ ਕਥਾ ਕਰਨ ਗਿਆ ਸੀ। ਕਥਾ ਕਰਦਿਆਂ ਕਰਦਿਆਂ ਖਿਆਲ ਆਇਆ ਵੀ ਇਸ ਥਾਂ ਦਾ ਨਾਂ ਚਰਨ ਕਮਲ ਸਾਹਿਬ ਕਿਉਂ ਪੈ ਗਿਆ, ਕਿਉਂਕਿ ਇਹ ਉਹ ਸਿੱਖ ਇਤਿਹਾਸ ਦੀ ਅਸਥਾਨ ਹੈ ਮਾਛੀਵਾੜਾ ਸਾਹਿਬ। ਕਿਤੇ ਵੀ ਗੁਰੂ ਸਾਹਿਬ ਹੋਰ ਕਿਤੇ ਵੀ ਜੋੜਾ ਲਾ ਕੇ ਕਿਤੇ ਨਹੀਂ ਗਏ। ਸਿਰਫ ਇੱਕੋ ਹੀ ਥਾਂ ਹੈ ਜਿੱਥੇ ਮਹਾਰਾਜ ਦੇ ਚਰਨ ਜਿਹੜੇ ਨੇ ਜੋੜੇ ਤੋਂ ਬਿਨਾਂ ਪਏ। ਔਰ ਸਤਿਗੁਰੂ ਜੀ ਫੌਜ ਤੋਂ ਬਿਨਾਂ, ਸਿੰਘਾਂ ਤੋਂ ਬਿਨਾਂ ਇੱਥੇ ਆਏ ਨੇ, ਬਿਲਕੁਲ ਇਕੱਲੇ। ਵੈਸੇ ਤੇ ਉਹ ਆਪਣੀ ਉਹਨਾਂ ਦੀ ਜਿਹੜੀ ਅਵਸਥਾ, ਉਹ ਸਦਾ ਅੰਗ ਸੰਗੇ ਅਭੰਗੰ ਵਿਭੂਤੇ, ਅਕਾਲ ਪੁਰਖ ਦੇ ਨਾਲ ਰਹਿਣਾ, ਉਹਦਾ ਅੰਗ ਸੰਗ ਮੰਨਣਾ, ਸਦਾ ਹੀ ਇਹ ਉਹਨਾਂ ਦਾ ਰਿਹਾ ਹੈ। ਇੱਥੋਂ ਤੱਕ ਕਿ ਮੈਦਾਨੇ ਜੰਗ ਦੇ ਵਿੱਚ ਵੀ ਕੱਲ੍ਹ ਦੀਵਾਨ ਸੀ, ਉੱਥੇ ਵਿਚਾਰ ਚੱਲਦੀ ਸੀ ਵੀ ਸਤਿਗੁਰੂ ਜੀ ਸਰਸਾ ਨਦੀ ਦੇ ਕਿਨਾਰੇ ਤੇ ਵੀ
ਕੋਈ ਵੀ ਐਸਾ ਸਮਾਂ ਨਹੀਂ ਆਇਆ ਜਦੋਂ ਉਹਨਾਂ ਦੀ ਸੁਰਤੀ ਰੱਬ ਦੇ ਚਰਨਾਂ ਤੋਂ ਕਿਤੇ ਦੂਰ ਗਈ ਹੋਵੇ। ਬਾਹਰੋਂ ਭਾਵੇਂ ਕਿਵੇਂ ਦੀ ਅਵਸਥਾ ਆ ਗਈ, ਇਹ ਖਾਲਸੇ ਦਾ ਨਮੂਨਾ, ਜਿਹੜੀ ਸ਼ਖਸੀਅਤ ਪੰਥ ਖਾਲਸਾ ਜਾਂ ਖਾਲਸਾ ਇੱਕ ਸ਼ਖਸੀਅਤ ਬਣਾਈ ਹੈ, ਉਹਦਾ ਵੀ ਇਹ ਰੂਪ ਹੈ। ਅੱਜ ਵੀ ਖਾਲਸੇ ਦਾ ਇਹ ਰੂਪ ਜਦੋਂ ਬਣ ਜਾਏ ਉਦੋਂ ਹੀ ਇਹ ਦੁਨੀਆ ਵਿੱਚ ਰਹਿਣ ਦੇ ਲਾਇਕ ਹੋ ਸਕਦਾ ਹੈ, ਨਹੀਂ ਤੇ ਬਾਹਰ ਬੜੀਆਂ ਲਹਿਰਾਂ ਨੇ, ਬੜੀਆਂ ਛੱਲਾਂ ਨੇ। ਨਾਲੇ ਜਿਹੜਾ ਪੰਥ ਹੈ, ਪੰਥ ਤੇ ਰਹਿੰਦੇ ਮੁਹਿੰਮਾਂ ਦੇ ਵਿੱਚ ਹੈ। ਅਸੀਂ ਜਿਉਂ ਹੋਸ਼ ਸੰਭਾਲੀਏ ਕੋਈ ਨਾ ਕੋਈ ਮੋਰਚਾ ਲੱਗਾ ਹੀ ਰਹਿੰਦਾ। ਮੋਰਚਾ ਜ਼ਰੂਰੀ ਹੈ। ਕੁਝ ਸਤਿਗੁਰੂ ਨੇ ਕੁਰਬਾਨੀਆਂ ਦੀ ਜਿਹੜੀ ਇਹਦੀਆਂ ਜੜ੍ਹਾਂ ਦੇ ਵਿੱਚ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦਾ ਖੂਨ ਪਾ ਦਿੱਤਾ। ਇਹ ਮਾਰਸ਼ਲ ਜੁਝਾਰੂ ਕੁਦਰਤੀ ਤੌਰ ਤੇ ਹੈ ਕੌਮ, ਇਹਨੂੰ ਕੋਈ ਜੁਝਾਰੂ ਬਣਾਉਣਾ ਨਹੀਂ ਪੈਂਦਾ। ਪਰ ਗੱਲ ਇਹ ਹੈ ਕਿ ਬਾਹਰ ਰਵੇ ਜੁਝਾਰੂ ਤੇ ਅੰਦਰ ਰਵੇ ਸੰਤ, ਇਹ ਬੜਾ ਔਖਾ ਹੈ। ਸਿਮਰਨ ਤੋਂ ਬਿਨਾਂ ਨਹੀਂ ਹੋ ਸਕਦਾ। ਇਹਨੂੰ ਕਾਇਮ ਨਾ ਰੱਖਿਆ ਤੇ ਸਾਰੇ ਬੈਲੈਂਸ ਹਿੱਲ ਜਾਂਦੇ ਨੇ। ਜੇ ਅੰਦਰਲਾ ਸੰਤ ਕਾਇਮ ਨਾ ਰਿਹਾ, ਸਿਪਾਹੀ ਦੀ ਤਲਵਾਰ ਲੜ ਖੜਾ ਜਾਂਦੀ, ਆਸੇ ਪਾਸੇ ਹੋ ਜਾਂਦੀ ਹੈ। ਇਸ ਲਈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸੰਤ ਪੱਖ ਜਾਣਨਾ ਬੜਾ ਜ਼ਰੂਰੀ ਹੈ। ਸੰਤ ਦਾ ਪੱਖ, ਉਹਨਾਂ ਦੀ ਸੁਰਤੀ ਬਿਰਤੀ ਸਦਾ ਹੀ ਉਹਨਾਂ ਨੇ ਅਕਾਲ ਪੁਰਖ ਤੋਂ ਮੰਗਿਆ ਹੀ ਇਹ ਸੀ। ਉਹਨਾਂ ਦੀ ਆਪਣੀ ਲਿਖਤ ਹੈ ਕਿ ਅਕਾਲ ਪੁਰਖ ਨੇ ਸਾਨੂੰ ਭੇਜਣ ਲੱਗਿਆਂ ਇਹ ਗੱਲ ਕਹੀ ਸੀ ਕਿ ਮੈਂ ਆਪਣਾ ਸੁਤ ਤੋਹੇ ਨਿਵਾਜਾ, ਮੈਂ ਤੁਹਾਨੂੰ ਆਪਣਾ ਪੁੱਤਰ ਬਣਾ ਕੇ ਭੇਜਣ ਲੱਗਾ। ਪੰਥ ਪਰ ਚੁਰ ਕਰਬੇ ਕੋ ਸਾਜਾ, ਪੰਥ ਦੀ ਸਾਜਣਾ, ਪੰਥ ਦਾ ਪ੍ਰਚਾਰ, ਸੱਚ ਦਾ ਪ੍ਰਚਾਰ, ਧਰਮ ਦਾ ਪ੍ਰਚਾਰ ਕਰਨ ਵਾਸਤੇ ਕਹਿੰਦੇ ਕੀਤੀ ਏ। ਤੇ ਜਦੋਂ ਪੰਥ ਦੀ ਗੱਲ ਚੱਲੀ, ਅਕਾਲ ਪੁਰਖ ਦੇ ਨਾਲ ਜਦੋਂ ਗੱਲਾਂ ਕੀਤੀਆਂ ਮਹਾਰਾਜ, ਉਹਦਾ ਉਹ ਬਚਨ ਲਿਖ ਰਹੇ ਨੇ। ਉੱਥੇ ਇੱਕ ਬੜੀ ਪਿਆਰੀ ਗੱਲ ਗੁਰੂ ਸਾਹਿਬ ਨੇ ਕਹੀ ਹੈ। ਜਦੋਂ ਆਪ ਜੀ ਦਾ ਜਨਮ ਹੁੰਦਾ ਹੈ ਨਾ, ਵੈਸੇ ਤੇ ਜਨਮ ਦੀ ਜਿਹੜੀ ਬੈਕ ਵਿੱਚ ਚਲੇ ਜਾਈਏ ਤੇ ਬਹੁਤ ਡੂੰਘਾਈ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੰਦਰ ਇੰਨੀ ਬਾਹਰਲੀ ਵੀਰਤਾ, ਇੰਨੀ ਸੂਰਮਗਤੀ, ਸਿਪਾਹ ਸਲਾਰ ਨੇ, ਬਾਦਸ਼ਾਹ ਨੇ, ਪਰ ਅੰਦਰਲੀ ਸੰਤਤਾਈ ਕਿੱਡੀ ਤੇਜ਼ ਹੈ। ਥੋੜਾ ਜਿਹਾ ਪਿੱਛੇ ਨੂੰ ਚੱਲੀਏ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰੂ ਕੇ ਮਹਿਲ ਵਿਖੇ ਸੰਗਤ ਆਈ ਹੈ। ਉੱਥੋਂ ਹੀ ਗੁਰੂ ਕੇ ਮਹਿਲ ਤੋਂ ਸਾਰੇ ਸਿੰਘ ਆਏ ਨੇ। ਉੱਥੇ ਪ੍ਰਕਾਸ਼ ਜਨਮ ਹੋਇਆ। ਸਤਿਗੁਰੂ ਜੀ ਦਾ ਸੁਭਾਅ, ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਜੀ ਦੇ ਪਿਤਾ, ਉਹਨਾਂ ਦਾ ਬੜਾ ਵੈਰਾਗੀ, ਤਿਆਗੀ, ਚੁੱਪ ਰਹਿਣਾ, ਇਕਾਂਤ ਵਿੱਚ ਰਹਿਣਾ, ਇੱਕ ਸਾਈਡ ਤੇ ਰਹਿਣਾ ਸੀ। ਪਰ ਨਾਂ ਸੀ ਤੇਗ ਬਹਾਦਰ, ਕਿਉਂਕਿ ਆਪ ਜੀ ਨੇ ਤੇਗ ਚਲਾਈ ਵੀ ਹੈ ਤੇ ਆਪ ਜੀ ਨੇ ਤੇਗ ਝੱਲੀ ਵੀ ਹੈ। ਤੇਗ ਵੀ ਚਲਾਈ ਕਰਤਾਰਪੁਰ ਜਿਹੜਾ ਹੈ ਜਲੰਧਰ ਦੇ ਕੋਲ ਉੱਥੇ, ਤੇ ਨਾਲ ਤੇਗ ਦਾ ਸ਼ਾਂਤਮਈ ਵਾਰ ਵੀ ਸਹਿਆ। ਇਹ ਦੋਵੇਂ ਰੰਗ ਗੁਰੂ ਸਾਹਿਬ ਨੇ ਸਿੱਖੀ ਵਿੱਚ ਭਰੇ ਹੋਏ ਨੇ। ਪਰ ਸਤਿਗੁਰੂ ਬੜਾ ਘੱਟ ਵਿਚਰਦੇ ਨੇ ਲੋਕਾਂ ਦੇ ਵਿੱਚ। ਗੁਰੂ ਤੇਗ ਬਹਾਦਰ ਸਾਹਿਬ ਬੜਾ ਘੱਟ ਬੋਲਦੇ ਨੇ। ਗੁਰੂ ਸਾਹਿਬ ਦੀ ਜਿਹੜੀ ਮਾਤਾ ਹੈ, ਮਾਤਾ ਨਾਨਕੀ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਦਾਦੀ, ਇੱਕ ਬੇਬੇ ਨਾਨਕੀ ਹੈ, ਗੁਰੂ ਨਾਨਕ ਸਾਹਿਬ ਜੀ ਦੇ ਭੈਣ ਜੀ ਹਨ। ਇੱਕ ਮਾਤਾ ਨਾਨਕੀ ਸਿੱਖ ਇਤਿਹਾਸ ਦੇ ਵਿੱਚ, ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਾਤਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਦਾਦੀ ਹੈ ਤੇ ਸਾਹਿਬਜ਼ਾਦਿਆਂ ਦੀ ਪੜਦਾਦੀ ਹੈ। ਹੋਰ ਪਿੱਛੇ ਚਲੇ ਜਾਓ, ਹੋਰ ਪਿੱਛੇ ਚਲੇ ਜਾਓ ਤੇ ਇੱਕ ਹੋਰ ਸ਼ਖਸੀਅਤ ਪਿੱਛੇ ਖੜੀ ਹੈ ਇਹਨਾਂ ਸ਼ਹੀਦਾਂ ਦੇ। ਉਹ ਸ਼ਖਸੀਅਤ ਹੈ ਬੀਬੀ ਭਾਨੀ,
ਬੀਬੀ ਭਾਨੀ ਗੁਰੂ ਅਮਰਦਾਸ ਜੀ ਦੀ ਪੁੱਤਰੀ, ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਮਹਿਲ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਉਹ ਸਾਧ ਸੰਗਤ ਜੀ, ਉਹਨਾਂ ਦੇ ਮਾਤਾ ਜੀ ਨੇ, ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦਾਦੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪੜਦਾਦੀ ਹੈ। 2 ਪੀੜ੍ਹੀਆਂ ਹੋਰ ਅੱਗੇ ਸ਼ਹੀਦਾਂ ਦੀਆਂ ਚੱਲਦੀਆਂ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਚਾਰੇ ਸਾਹਿਬਜ਼ਾਦੇ। ਇਹ 2 ਗੱਲਾਂ ਥੋੜ੍ਹੀਆਂ ਜਿਹੀਆਂ ਕਹਿ ਕੇ ਅੱਗੇ ਤੁਰਾਂਗਾ ਮਾਛੀਵਾੜੇ ਦੇ ਇਤਿਹਾਸ ਵੱਲ। ਜਦੋਂ ਇਹ ਗੋਇੰਦਵਾਲ ਦੀ ਗੱਲ ਹੈ, ਸ਼ਹੀਦਾਂ ਦਾ ਮੁੱਢ ਮੈਂ ਕਈ ਵਾਰੀ ਪੜ੍ਹਦਾ ਹੁੰਦਾ ਸੀ, ਇੱਧਰ ਜਾਂਦਾ, ਮੈਨੂੰ ਨਾਲ ਦੇ ਸਿੰਘ ਨੇ, ਡਰਾਈਵਰ ਨੇ ਪੁੱਛਿਆ ਗੱਡੀ ਤੇ, ਬਈ ਸਿੱਖੀ ਦਾ ਜਿਹੜਾ ਘਰ ਹੈ ਉਹ ਤੇ ਅੰਮ੍ਰਿਤਸਰ ਹੈ, ਸਿੱਖ ਆਪਣੀ ਜ਼ਿੰਦਗੀ ਦਾ ਧੁਰਾ ਦਰਬਾਰ ਸਾਹਿਬ ਨੂੰ ਮੰਨਦਾ ਹੈ, ਅਸਥਾਨ ਸਾਰੇ ਸਤਿਕਾਰਯੋਗ ਨੇ, ਖਾਲਸੇ ਦਾ ਜਨਮ ਜਿਹੜਾ ਕੇਸਗੜ੍ਹ ਸਾਹਿਬ ਦਾ, ਪਰ ਕਈ ਬੋਰਡਾਂ ਤੇ ਲਿਖਿਆ ਹੁੰਦਾ ਸੀ ਸਿੱਖੀ ਦਾ ਧੁਰਾ ਗੋਇੰਦਵਾਲ ਸਾਹਿਬ। ਮੈਨੂੰ ਸਵਾਲ ਕਰ ਦਿੱਤਾ, ਉਹ ਕਥਾਵਾਚਕ ਸਮਝ ਕੇ ਸਾਨੂੰ ਹੁਣ ਸਾਰੀ ਦੁਨੀਆ ਸਵਾਲ ਹੀ ਕਰਦੀ ਹੈ। ਮੈਂ ਕਿਹਾ ਵੀ ਇਹ ਗੱਲ ਮੈਂ ਵੀ ਨਹੀਂ ਸੋਚੀ ਕਦੀ ਵੀ ਸਿੱਖੀ ਦਾ ਧੁਰਾ ਗੋਇੰਦਵਾਲ ਸਾਹਿਬ ਕਿਉਂ ਹੈ। ਸਵਾਲ ਕਰਨ ਵਾਲੇ ਨੂੰ ਗੁਰੂ ਨੇ ਕਰਾਇਆ ਵੀ ਇਹ ਗੱਲ ਅੱਗੇ ਚੱਲੇਗੀ, ਅੱਜ ਹੁਣ ਸਟੇਜ ਤੇ ਆ ਗਈ ਗੱਲ। ਮੈਂ ਫਿਰ ਇਹਦੇ ਉੱਤੇ ਜਦੋਂ ਬੇਨਤੀ ਕੀਤੀ, ਮਹਾਰਾਜ ਦੇ ਧਿਆਨ ਲਾ ਕੇ ਵੇਖਿਆ ਵੀ ਸਿੱਖੀ ਦਾ ਧੁਰਾ ਗੋਇੰਦਵਾਲ ਸਾਹਿਬ ਕਿਉਂ ਹੈ, ਇਹਦਾ ਕੀ ਕਾਰਨ ਹੈ। ਗੋਇੰਦਵਾਲ ਸਾਹਿਬ ਤਾਂ ਹੈ ਕਿਉਂਕਿ ਸ਼ਹੀਦਾਂ ਦੀ ਜਿਹੜੀ ਮਾਂ ਕਹਿ ਲਓ, ਦਾਦੀ ਕਹਿ ਲਓ, ਪੜਦਾਦੀ ਕਹਿ ਲਓ, ਉਹਨੇ ਜਿਹੜੀ ਸੇਵਾ ਗੁਰੂ ਦੀ ਕੀਤੀ ਹੈ ਗੋਇੰਦਵਾਲ ਸਾਹਿਬ ਵਿੱਚ ਕੀਤੀ ਹੈ। ਮਾਤਾ ਭਾਨੀ, ਮਾਤਾ ਭਾਨੀ ਗੁਰੂ ਰਾਮਦਾਸ ਜੀ ਦੇ ਮਹਿਲ ਨੇ ਤੇ ਗੁਰੂ ਅਮਰਦਾਸ ਜੀ ਦੇ ਸਾਧ ਸੰਗਤ ਜੀ, ਗੁਰੂ ਅਮਰਦਾਸ ਜੀ ਦੀ ਪੁੱਤਰੀ ਮਾਤਾ ਭਾਨੀ ਜੀ ਸੇਵਾ ਕਰਦੇ ਸਨ। ਸੇਵਾ ਕਰਦਿਆਂ ਕਰਦਿਆਂ ਇੱਕ ਦਿਨ ਗੁਰੂ ਅਮਰਦਾਸ ਜੀ ਦਾ ਸਰੀਰ ਬਿਰਧ ਹੈ ਤੇ ਇਹ ਭਾਨੀ ਜੀ ਜਿਹੜੇ ਹਨ ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ, ਇਹ ਉਹ ਸਮਝ ਲਓ ਗੜਵਈ ਨੇ ਆਪਣੇ ਪਿਤਾ ਦੇ। ਬਜ਼ੁਰਗ ਉਮਰ ਦੇ ਵਿੱਚ ਇਸ਼ਨਾਨ ਵੀ ਕਰਾਉਣਾ, ਵਸਤਰ ਵੀ, ਭੋਜਨ ਵੀ, ਪ੍ਰਸ਼ਾਦਾ ਵੀ ਛਕਾਉਣਾ। ਕਹਿੰਦੇ ਨੇ ਜਿਹੜੀ ਪੀੜ੍ਹੀ ਤੇ ਗੁਰੂ ਅਮਰਦਾਸ ਜੀ ਬੈਠੇ, ਉਹਦਾ ਪਹੀਆ ਕਿਤੇ, ਉਹਦਾ ਜਿਹੜਾ ਪਾਵਾ ਸੀ ਉਹ ਕਿਤੇ ਹਿੱਲ ਗਿਆ ਤੇ ਬੀਬੀ ਭਾਨੀ ਨੇ ਸੋਚਿਆ ਕਿਤੇ ਪਾਵਾ ਡਿੱਗ ਪਿਆ ਤੇ ਸਤਿਗੁਰੂ ਨੂੰ ਕਿਤੇ ਸੰਭਾਲਣਾ ਔਖਾ ਹੋ ਜਾਣ। ਪੈਰ ਥੱਲੇ ਕਰਤਾ ਵੀ ਜੇ ਟੁੱਟ ਗਿਆ ਤੇ ਕੋਈ ਗੱਲ ਨਹੀਂ, ਮੇਰੇ ਪੈਰ ਤੇ ਆ ਜਾਏਗਾ। ਉਹੀ ਗੱਲ ਬਣੀ, ਪਾਵਾ ਵਿੱਚੋਂ ਨਿਕਲ ਗਿਆ, ਪੈਰ ਤੇ ਆ ਕੇ ਜਦੋਂ ਉਹ ਪੀੜ੍ਹੀ ਡਿੱਗੀ, ਉਹ ਚੌਂਕਾ ਡਿੱਗਿਆ, ਉਹ ਪੈਰ ਤੇ ਵੱਜਾ ਤੇ ਪੈਰ ਵਿੱਚੋਂ ਖੂਨ ਨਿਕਲ ਆਇਆ। ਜਦੋਂ ਖੂਨ ਨਿਕਲਿਆ, ਗੁਰੂ ਅਮਰਦਾਸ ਜੀ ਨੇ ਧਿਆਨ ਦਿੱਤਾ, ਬੜੇ ਖੁਸ਼ ਹੋਏ। ਖੁਸ਼ ਹੋ ਕੇ ਇੱਕ ਗੱਲ ਕਹਿ ਦਿੱਤੀ, ਕੋਈ ਬਣਤ ਬਣਦੀ ਇਸ ਤਰ੍ਹਾਂ ਦੀ, ਕੋਈ ਵੀ ਚੀਜ਼ ਗੁਰੂ ਘਰ ਵਿੱਚ ਹੋਈ ਹੈ ਨਾ, ਉਹਦੀ ਬਣਤ ਹੀ ਬਣਦੀ ਹੈ। ਅੱਜ ਤੱਕ ਬਣਦੀਆਂ ਨੇ ਪਈਆਂ ਬਣਤਾਂ, ਆਪਾਂ ਐਵੇਂ ਵਿੱਚ ਖਲੋ ਜਾਂਦੇ ਹਾਂ, ਮੈਂ ਆਹ ਕੰਮ ਕੀਤਾ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਬਣਤਾਂ ਬਣਾਉਂਦੇ ਨੇ ਮਹਾਰਾਜ, ਅੱਜ ਵੀ ਬਣਾਉਂਦੇ, ਤਰੀਕਾ ਬਣਾ ਦਿੰਦੇ ਕੋਈ ਨਾ ਕੋਈ। ਬਣਤ ਬਣ ਗਈ, ਪੈਰ ਵਿੱਚੋਂ ਖੂਨ ਨਿਕਲ ਆਇਆ ਤੇ ਸਾਧ ਸੰਗਤ ਜੀ, ਗੁਰੂ ਅਮਰਦਾਸ ਜੀ ਖੁਸ਼ ਬੜੇ ਹੋਏ, ਕਹਿੰਦੇ ਬੇਟਾ ਇਹ ਕੀ ਹੋਇਆ, ਖੂਨ ਬੜਾ ਨਿਕਲਿਆ ਪਾਣੀ ਵਿੱਚ। ਕਹਿੰਦੇ ਕੋਈ ਗੱਲ ਨਹੀਂ ਪਿਤਾ ਜੀ, ਉਹ ਪਾਵੇ ਦੀ ਜਿਹੜਾ ਪਾਵਾ ਟੁੱਟ ਗਿਆ ਸੀ ਪੀੜੇ ਦਾ ਤੇ ਉਹ ਪੈਰ ਮੈਂ ਸੋਚਿਆ ਵੀ ਥੱਲੇ ਕਰਦੇ ਆ, ਉੱਥੋਂ ਖੂਨ ਨਿਕਲਿਆ। ਬੜੇ ਖੁਸ਼ ਹੋਏ। ਸੇਵਾ ਤੋਂ ਗੁਰੂ ਖੁਸ਼ ਹੋ ਜਾਏ, ਜਦੋਂ ਕਿਸੇ ਵੀ ਗੱਲ ਤੋਂ, ਛੋਟੀ ਜੀ ਗੱਲ ਤੋਂ ਖੁਸ਼ ਹੋ ਜਾਏ। ਔਰ ਸਿੱਖੀ ਦੀ ਦਾਤ ਉਸ ਖੁਸ਼ੀ ਵਿੱਚੋਂ ਮਿਲਦੀ ਹੈ, ਜਦੋਂ ਗੁਰੂ ਸਾਹਿਬ ਦੀ ਖੁਸ਼ੀ ਮਿਲਦੀ। ਇੱਕ ਤਾਂ ਕਮਾਈ ਕਰਦਾ, ਚਲੋ ਸਿੱਖ ਆਪਣੀ ਕਮਾਈ ਕਰਦਾ ਹੀ, ਹਰ ਇੱਕ ਬੰਦਾ ਯਤਨ ਕਰਦਾ ਹੈ। ਯਤਨ ਕਰਦਿਆਂ ਕਰਦਿਆਂ ਜਦੋਂ ਗੁਰੂ ਸਾਹਿਬ ਨੂੰ ਤਰਸ ਆਉਂਦਾ ਹੈ, ਤਾਂ ਉਦੋਂ ਤਰਸ ਤੋਂ ਬਾਅਦ ਮਿਹਰ ਹੁੰਦੀ ਹੈ ਤੇ ਮਿਹਰ ਤੋਂ ਬਾਅਦ ਦਾਤ ਮਿਲਦੀ ਸਿੱਖੀ ਦੀ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ।
ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਗੁਰੂ ਖੁਸ਼ ਹੋ ਗਏ, ਕਹਿੰਦੇ ਬੜੀ ਸੇਵਾ ਭਾਨੀਏ ਤੂੰ ਕੀਤੀ, ਪੈਰ ਵਿੱਚੋਂ ਖੂਨ ਨਿਕਲ ਆਇਆ, ਦੱਸ ਤੈਨੂੰ ਅੱਜ ਅਸੀਂ ਕੁਝ ਦੇਣਾ ਚਾਹੁੰਦੇ ਹਾਂ। ਗੁਰੂ ਤੇ ਸਦਾ ਉਛਲਦਾ ਰਹਿੰਦਾ ਸਿੱਖ ਵਾਸਤੇ ਕੁਝ ਦੇਣ ਵਾਸਤੇ, ਉਹਦੇ ਅੰਦਰ ਤੇ ਉਛਾਲਾ ਆਉਂਦਾ ਰਹਿੰਦਾ। ਉਹਦੇ ਗੁਰੂ ਦੇ ਅੰਦਰ ਤੇ ਆਉਣਾ ਹੀ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ। ਬ੍ਰਹਮ ਗਿਆਨੀ ਨੂੰ ਵੀ ਜਿੰਨੇ ਕਿਤੇ ਸਤਿਕਾਰ ਸਨੇਹ ਕੀਤਾ, ਉਹ ਵੀ ਚਾਹੁੰਦਾ ਮੈਂ ਕੁਝ ਦੇ ਦਿਆਂ। ਸਤਿਗੁਰੂ ਨੇ ਕਿਹਾ ਮੈਂ ਕੁਝ ਦੇਣਾ ਚਾਹੁੰਦਾ। ਬੀਬੀ ਭਾਨੀ ਕਹਿੰਦੇ ਮਹਾਰਾਜ ਆਪ ਜੀ ਦਾ ਦਿੱਤਾ ਬਹੁਤ ਕੁਝ ਹੈ। ਕਹਿੰਦੇ ਨਹੀਂ ਫਿਰ ਵੀ ਕੁਝ ਮੰਗ। ਕਹਿੰਦੇ ਜੇ ਮੰਗਣਾ ਹੈ ਫਿਰ ਇੱਕ ਦਾਤ ਦੇ ਦਿਓ, ਆ ਗੁਰਿਆਈ ਦੀ ਜਿਹੜੀ ਜੋਤ ਹੈ, ਇਹ ਜੋਤ ਘਰ ਵਿੱਚ ਰਹਿ ਜਾਏ। ਸੋਢੀ ਜਾਤ ਦੇ, ਜਾਤ ਦੀ ਭਾਵੇਂ ਗੱਲ ਨਹੀਂ ਆਉਂਦੀ ਪਰ ਜਾਤ ਦੀ ਗੱਲਾਂ ਬਾਣੀ ਵਿੱਚ ਆਈਆਂ ਨੇ। ਆਪਾਂ ਕਈ ਵਾਰੀ ਬਹੁਤ ਹੀ ਸਖਤ ਹੋ ਜਾਂਦੇ ਹਾਂ ਕਿਸੇ ਚੀਜ਼ ਦੇ ਉੱਤੇ। ਜਾਤ ਦਾ ਜਦੋਂ ਅਹੰਕਾਰ ਕਰੀਏ, ਜਾਤ ਉਦੋਂ ਮਾੜੀ ਹੈ। ਨਹੀਂ ਤਾਂ ਜਾਤ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੜੇ ਥਾਵਾਂ ਤੇ ਜਾਤ ਦਾ ਜ਼ਿਕਰ ਆਇਆ ਹੈ। ਆ ਤੁਸੀਂ ਭੱਟਾਂ ਦੇ ਸਵਈਏ ਸੁਣਦੇ ਹੋ ਸਵੇਰੇ ਦਰਬਾਰ ਸਾਹਿਬ, ਉਹਦੇ ਵਿੱਚ ਤੁਸੀਂ ਸੁਣੋ ਕਦੀ ਗੁਰੂ ਤੇਜ ਅਮਰਦਾਸ ਜੀ ਦੇ ਪਿਤਾ ਦਾ ਨਾਮ ਆਇਆ, ਤੇਜਭਾਨ ਜੀ ਦਾ ਨਾਮ ਆਇਆ, ਪਿਤਾ ਦਾ ਨਾਮ ਆਇਆ। ਸੋਢੀ ਜਿਹੜਾ ਸ਼ਬਦ ਹੈ ਉਹ ਆਇਆ ਸਵਈਆਂ ਦੇ ਵਿੱਚ, ਬੜੇ ਥਾਵਾਂ ਤੇ ਆਇਆ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਇਹ ਮੈਂ ਤੁਕ ਤੁਹਾਡੇ ਨਾਲ ਸਾਂਝੀ ਕਰਨੀ। ਭਾਈ ਗੁਰਦਾਸ ਜੀ ਕਹਿੰਦੇ ਜਦੋਂ ਗੁਰਿਆਈ ਮੰਗੀ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਵੇਖੋ ਮੰਗੀ ਤੇ ਦੂਜਿਆਂ ਨੇ ਵੀ ਹੈ, ਇਹਦੇ ਤੋਂ ਪਹਿਲਾਂ ਬਾਬੇ ਸ੍ਰੀ ਚੰਦ ਨੇ ਵੀ ਤੇ ਕਿਤੇ ਨਾ ਕਿਤੇ ਮੰਗ ਕੀਤੀ ਸੀ ਨਾ, ਤਾਂ ਹੀ ਗੱਲ ਹੋਈ। ਦਾਸੂ ਤੇ ਦਾਤੂ ਨੇ ਵੀ ਮੰਗੀ ਸੀ, ਮਿਲੀ ਨਹੀਂ, ਗੁਰਿਆਈ ਨਹੀਂ ਮਿਲੀ। ਪਰ ਬੀਬੀ ਭਾਨੀ ਨੇ ਮੰਗੀ, ਉਦੋਂ ਮਿਲ ਗਈ। ਉਹਦਾ ਇੱਕ ਕਾਰਨ ਸੀ। ਉਹਦਾ ਕਾਰਨ ਸੀ ਜਦੋਂ ਬੀਬੀ ਭਾਨੀ ਨੇ ਕਿਹਾ ਜਾਣ ਨਾ ਦੇਸਾਂ ਸੋਢੀਆਂ, ਇਸ ਗੁਰਿਆਈ ਜਿਹੜੀ ਨਾ ਸਾਡੀ ਪਰਿਵਾਰ ਦੇ ਵਿੱਚੋਂ ਜਾਏ ਨਾ। ਤੇ ਗੁਰੂ ਅਮਰਦਾਸ ਜੀ ਕਹਿੰਦੇ ਭਾਨੀਏ ਜੇ ਜਾਏ ਨਾ ਤੇ ਫਿਰ ਇਹਦਾ ਵਜਨ ਬੜਾ ਹੈ ਗੁਰਿਆਈ ਦਾ, ਇਹ ਕੋਈ ਐਵੇਂ ਨਹੀਂ, ਗੁਰਿਆਈ ਦਾ ਵਜਨ ਬੜਾ ਹੈ। ਜੇ ਗੁਰਿਆਈ ਲੈਣੀ ਹੈ ਤੇ ਮੁੱਲ ਤਾਰਨਾ ਪਰਿਵਾਰ ਨੂੰ ਪੈਣਾ ਹੈ, ਪਰਿਵਾਰ ਨੂੰ ਮੁੱਲ ਤਾਰਨਾ ਪੈਣਾ। ਭਾਵੇਂ ਸਿੱਖਾਂ ਨੇ ਵੀ ਬੜੀਆਂ ਕੁਰਬਾਨੀਆਂ ਕੀਤੀਆਂ, ਭਾਈ ਮਣੀ ਸਿੰਘ ਜੀ ਦੇ ਪੁੱਤਰ ਪੋਤਰੇ ਬੜੇ ਸ਼ਹੀਦ ਹੋਏ ਨੇ। ਪਰ ਇਹ ਗੁਰਿਆਈ ਦੀ ਜੇ ਤੂੰ ਦਾਤ ਲੈਣੀ, ਗੁਰਿਆਈ ਵਾਸਤੇ ਮੁੱਲ ਸਿਰ ਬੜੇ ਦੇਣੇ ਪੈਣੇ। ਉਹ ਤਾਂ ਮੁੱਢ ਵੱਜ ਚੁੱਕਾ ਸੀ, ਪੈਰ ਵਿੱਚੋਂ ਖੂਨ ਨਿਕਲ ਆਇਆ ਸੀ। ਜਾਨ ਨਾ ਦੇਸਾਂ ਸੋਢੀਆਂ, ਕਹਿੰਦੇ ਸੋਢੀ ਜਾਤ ਕੁਲ ਵਿੱਚੋਂ ਗੁਰਿਆਈ ਨਹੀਂ ਜਾਣੀ ਚਾਹੀਦੀ। ਪੁੱਛਿਆ ਲੋਭ ਕਰ ਲਿਆ, ਲੋਭ ਕਰਕੇ ਮੰਗ ਲਿਆ, ਲੋਭ ਤੇ ਇੱਥੇ ਚੱਲਦਾ ਹੀ ਨਹੀਂ। ਕਹਿੰਦੇ ਨਹੀਂ, ਲੋਭ ਕਰਕੇ ਨਹੀਂ ਮੰਗਿਆ, ਹੋਰ ਥੈ ਅਜਰ ਨਾ ਜਰਿਆ ਜਾਵੇ। ਹੋਰ ਕਿਸੇ ਪਰਿਵਾਰ ਤੋਂ ਇਹ ਭਾਰ ਜਰਿਆ ਹੀ ਨਹੀਂ ਜਾਣਾ, ਕਿਸੇ ਤੋਂ ਨਹੀਂ ਜਰਿਆ ਜਾਣਾ। ਇਹ ਵਜ੍ਹਾ ਨੇ ਸਾਧ ਸੰਗਤ ਜੀ। ਬੜਿਆਂ ਨੇ ਕੁਝ ਕੀਤਾ ਹੈ ਬਈ ਅਸੀਂ ਵੀ ਗੁਰੂ ਬਣ ਕੇ ਬਹਿ ਜਾਈਏ, ਕੋਈ ਸੌਖੀ ਗੱਲ ਹੈ? ਜੀ ਬੜਿਆਂ ਦਾ ਕਰਦਾ ਗੁਰੂ ਬਣ ਕੇ ਬਹਿ ਜਾਈਏ। ਤਾਂ ਇਹ ਪਰਿਵਾਰ ਨੂੰ ਮਿਲੀ ਬੀਬੀ ਭਾਨੀ, ਉਹ ਸ਼ਖਸੀਅਤ ਹੈ ਜਿਹਨੇ ਇਹ ਮੰਗ ਕੇ ਸ਼ਹੀਦਾਂ ਦੀ ਦਾਦੀ ਹੈ, ਮਾਂ ਹੈ, ਪੜਦਾਦੀ ਹੈ। ਬੀਬੀ ਭਾਨੀ ਦੇ ਪੁੱਤਰ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਸ਼ਾਂਤਮਈ ਸ਼ਹੀਦੀ ਦਾ ਮੁੱਢ ਵੱਜਾ। ਇਹ ਜੇ ਅੱਜ ਪ੍ਰੋਟੈਸਟ ਵੀ ਇੱਕ ਕਿਸਾਨਾਂ ਦਾ ਧਰਨਾ ਵੀ, ਇਹ ਸਾਡੇ ਇਤਿਹਾਸ ਦੇ ਨਾਲ ਵੀ ਜੁੜਦਾ ਹੈ। ਕੱਲਾ ਇਹ ਨਾ ਸਮਝਣਾ ਵੀ ਇਹ ਕੱਲੀ ਜ਼ਮੀਨ ਦੀ ਗੱਲ ਹੈ, ਕੱਲੀ ਕਿਸਾਨੀ ਦੀ ਗੱਲ ਹੈ। ਇਹ ਪੰਜਾਬ ਦੇ ਵਿੱਚੋਂ ਕਿਉਂ ਇਹ ਚੀਜ਼ ਨਿਕਲਦੀ ਉੱਠਦੀ? ਚਲੋ ਸਾਰਾ ਦੇਸ਼, ਕਿਸਾਨ ਸਾਰੇ ਦੇਸ਼ ਵਿੱਚ ਨੇ, ਸਾਰੇ ਨਾਲ ਲੱਗਣ, ਸਾਰਿਆਂ ਦਾ ਫਰਜ਼ ਬਣਦਾ ਹੈ। ਪਰ ਮੋਢਿਆਂ ਤੇ ਪੰਜਾਬ ਦੇ ਕਿਉਂ ਆਉਂਦੀ ਵਾਰ-ਵਾਰ ਚੀਜ਼? ਕਿਉਂਕਿ ਇਹ ਦਾਤ ਗੁਰੂਆਂ ਨੇ ਤੁਹਾਡੇ ਸਰੀਰਾਂ ਦੇ ਵਿੱਚ ਪਾਈ ਹੈ, ਇਹ ਜੋਤ ਪਾਈ ਹੋਈ ਹੈ। ਮਹਾਰਾਜ ਨੇ ਕਿਹਾ ਸੀ ਨਾ, ਪੰਥ ਦੇ ਵਿੱਚ ਵਸਾਂਗਾ ਤੇ ਗ੍ਰੰਥ ਦੇ ਵਿੱਚ ਵਸਾਂਗਾ। ਤੇ ਉਹ ਪੰਥ ਦੇ ਵਿੱਚ ਵਸਦਾ ਹੈ, ਤੇ ਉਹ ਜਿਹੜਾ ਪੰਥ ਵਿੱਚ ਵਸਦਾ ਉਹ ਪੰਥ ਨੂੰ ਚੁੱਕ ਕੇ ਲੈ ਕੇ ਗਿਆ, ਹੋਰ ਆਪੇ ਥੋੜੀ ਪੰਥ ਤੁਰ ਗਿਆ ਉੱਥੇ।
ਉਹ ਪੰਥ ਵਿੱਚ ਵੀ ਵਸਦਾ ਤੇ ਗ੍ਰੰਥ ਵਿੱਚ ਵੀ ਵਸਦਾ। ਗੁਰਿਆਈ ਦਾ ਵਜਨ ਹੈ, ਹੋਰ ਨਹੀਂ ਕੋਈ ਸਹਿ ਸਕਦਾ। ਤਾਂ ਇੱਕ ਇਹ ਸ਼ਖਸੀਅਤ ਤੇ ਦੂਜੀ ਸ਼ਖਸੀਅਤ ਹੈ ਸਾਧ ਸੰਗਤ ਜੀ ਮਾਤਾ ਨਾਨਕੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਾਤਾ। ਮੈਂ ਦੋ ਗੱਲਾਂ ਕਰਕੇ ਤੁਹਾਡੇ ਨਾਲ ਫਿਰ ਮਾਛੀਵਾੜੇ ਦੇ ਅਸਥਾਨ ਤੇ ਜਿਹੜੀ ਗੱਲ ਚੱਲਦੀ ਸੀ ਉਹਦੀ ਗੱਲ ਕਰਾਂਗਾ ਵੀ ਮਾਛੀਵਾੜੇ ਮਹਾਰਾਜ ਨੇ ਕੀ ਕੌਤਕ ਵਰਤਾਏ ਨੇ, ਉੱਥੋਂ ਕਿਵੇਂ ਨਿਕਲੇ ਨੇ। ਉਸ ਥਾਂ ਤੇ ਸਾਧ ਸੰਗਤ ਜੀ ਮਾਤਾ ਨਾਨਕੀ ਨੇ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਾਤਾ ਨੇ ਵੇਖਿਆ ਮੇਰਾ ਪੁੱਤਰ ਤੇਗ ਬਹਾਦਰ ਕਿਸੇ ਨਾਲ ਬੋਲਦਾ ਹੀ ਨਹੀਂ। ਮੂਰਤ ਹੀ ਇਸ ਤਰ੍ਹਾਂ ਦੀ ਸੀ, ਬਿਲਕੁਲ ਤਿਆਗ ਵਾਲੀ, ਵਿਰਾਗ ਵਾਲੀ, ਘੱਟ ਬੋਲਣਾ, ਘੱਟ ਖਾਣਾ। ਇਹ ਇੱਕ ਕੋਈ ਜਿਹੜੇ ਸਰੀਰ ਨੇ ਜਿਹੜਾ ਕੰਮ ਕਰਨਾ ਹੁੰਦਾ ਹੈ ਨਾ, ਉਹਦੀ ਤਿਆਰੀ ਉਸ ਤਰ੍ਹਾਂ ਦੀ ਹੁੰਦੀ ਹੈ। ਕਈ ਵਾਰੀ ਅਸੀਂ ਸੇਵਾ ਕਰਦੇ ਹਾਂ, ਅਸੀਂ ਕਹਿੰਦੇ ਹਾਂ ਮੈਂ ਹੀ ਕਰਨੀ, ਨਹੀਂ। ਸਾਧ ਸੰਗਤ ਜੀ ਸੇਵਾ ਬੜੀ ਤਰ੍ਹਾਂ ਦੀ ਹੈ, ਉਵੇਂ ਦਾ ਬੰਦਾ ਪੈਦਾ ਕਰਦਾ ਗੁਰੂ, ਉਹਨੂੰ ਉਵੇਂ ਦੇ ਸੁਭਾਅ ਦੇ ਵਿੱਚ ਵਿਚਰਨਾ ਪੈਂਦਾ ਹੈ। ਹੁਣ ਜੇ ਤਲਵਾਰ ਖੜਕਾਉਣੀ ਹੈ ਫਿਰ ਹੋਰ ਤਰ੍ਹਾਂ ਦਾ ਸੁਭਾਅ ਪੈਦਾ ਕਰਨਾ ਪਏਗਾ। ਜਿਵੇਂ ਦਾ ਕੰਮ ਕਰਨਾ ਉਵੇਂ ਦੇ ਸੁਭਾਅ ਦੇ ਨਾਲ ਉਹਦਾ ਮੇਲ ਖਾਏਗਾ। ਜਦੋਂ ਇਹ ਸਾਧ ਸੰਗਤ ਜੀ ਮਾਤਾ ਜੀ ਨੇ ਕਰਤਾਰਪੁਰ ਦੀ ਜੰਗ ਹੋਈ ਹੈ, ਉੱਥੇ ਗੁਰੂ ਤੇਗ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਸਾਹਿਬਜ਼ਾਦਿਆਂ ਦੇ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ 14 ਕੁ ਸਾਲ ਦੇ ਸਨ। 14 ਸਾਲ ਦੀ ਉਮਰ ਵਿੱਚ ਇੱਥੇ ਹੀ ਮਾਤਾ ਗੁਜਰ ਕੌਰ ਜੀ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਨੰਦ ਕਾਰਜ ਹੁੰਦਾ ਹੈ, ਇੱਥੇ ਕਰਤਾਰਪੁਰ ਸਾਹਿਬ ਜਿਹੜਾ ਜਲੰਧਰ ਕੋਲ। ਵੈਸੇ ਮਾਤਾ ਜੀ ਦਾ ਜਿਹੜਾ ਨਗਰ ਹੈ ਮਾਤਾ ਗੁਜਰ ਕੌਰ ਜੀ ਦਾ, ਉਹ ਲਖਨੌਰ ਸਾਹਿਬ ਹੈ, ਅੰਬਾਲੇ ਜ਼ਿਲ੍ਹੇ ਵਿੱਚ ਪੈਂਦਾ। ਉੱਥੇ ਅਸਥਾਨ ਬਣਿਆ ਹੋਇਆ, ਨਾਨਕੇ ਉੱਥੇ ਨੇ ਮਹਾਰਾਜ ਦੇ। ਪਰ ਆਨੰਦ ਕਾਰਜ ਕਰਨ ਵਾਸਤੇ ਜਿਹੜੇ ਮਾਤਾ ਗੁਜਰੀ ਦੇ ਪਿਤਾ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਹੁਰੇ ਨੇ, ਉਹ ਇੱਥੇ ਆ ਗਏ। ਇੱਥੇ ਆਨੰਦ ਕਾਰਜ ਹੋਇਆ। ਜਦੋਂ ਆਨੰਦ ਕਾਰਜ ਹੋਇਆ ਸਾਧ ਸੰਗਤ ਜੀ, ਤੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਬੈਠੇ ਹੋਏ ਪ੍ਰਸ਼ਾਦ ਛਕ ਰਹੇ ਸੀ। ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰ ਰਹੇ ਹਾਂ ਤੁਹਾਡੇ ਨਾਲ ਵੀ ਜਨਮ ਕਿਵੇਂ ਹੋਇਆ। ਇਹ ਕੋਈ ਆਮ ਸਰੀਰ ਨਹੀਂ ਹੁੰਦੇ। ਗੁਰੂ ਹਰਗੋਬਿੰਦ ਸਾਹਿਬ ਬੈਠੇ ਨੇ, ਪ੍ਰਸ਼ਾਦਾ ਛਕ ਰਹੇ ਸੀ। ਕਰਤਾਰਪੁਰ ਸਾਹਿਬ ਦੀ ਗੱਲ ਹੈ, ਜਲੰਧਰ ਵਾਲੇ ਦੀ। ਤਾਂ ਪ੍ਰਸ਼ਾਦਾ ਛਕਣ ਤੋਂ ਬਾਅਦ ਮਾਤਾ ਨਾਨਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨਾਲ ਲੈ ਕੇ ਉੱਥੇ ਆ ਕੇ ਬੈਠ ਕੇ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਆਉਂਦੇ ਸਨ, ਗੁਰੂ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਕੋਲ ਬਿਠਾ ਲੈਂਦੇ ਸੀ ਸਤਿਕਾਰ ਨਾਲ। ਜਦੋਂ ਪ੍ਰਸ਼ਾਦਾ ਛਕਿਆ ਤੇ ਸਤਿਗੁਰੂ ਸੁਭਾਵਕ ਪੁੱਛਦੇ ਨੇ, ਨਾਨਕੀ ਅੱਜ ਕਿਵੇਂ ਤੇਗ ਬਹਾਦਰ ਨੂੰ ਨਾਲ ਲੈ ਕੇ ਕੋਈ ਗੱਲ ਕਰਨ ਆਈ ਹੈ? ਪਤਾ ਸੀ ਮਹਾਰਾਜ ਨੂੰ। ਤੇ ਮਾਤਾ ਨਾਨਕੀ ਵਿਚਾਰੀ ਕਹਿੰਦੀ ਹੈ, ਗੱਲ ਕਾਹਦੀ ਕਰਨੀ ਹੈ ਸਤਿਗੁਰੂ, ਗੱਲ ਤੇ ਇੱਕੋ ਹੀ ਹੈ। ਮਾਂ ਨੂੰ ਤੇ ਇਹ ਫਿਕਰ ਹੁੰਦਾ ਵੀ ਪੁੱਤਰ ਕਾਰੋਬਾਰ ਕੰਮ ਕਿਵੇਂ ਚੱਲੇਗਾ ਇਹਦਾ, ਤੇ ਨਾਲੇ ਇਹਦਾ ਵਿਆਹ ਵੀ ਹੋ ਗਿਆ, ਤੇ ਬੋਲਦਾ ਇਹ ਨਹੀਂ ਕਿਸੇ ਨਾਲ, ਚਲਾਕ ਇਹ ਨਹੀਂ, ਮਸੰਦਾ ਨਾਲ ਗਾਂਢ ਸਾਂਢ ਇਹ ਨਹੀਂ ਕਰਦਾ। ਹੁਣ ਤੇ ਚਲਾਕੀ ਕਰਨੀ ਪੈ ਗਈ ਨਾ। ਆ ਭਾਈ ਸੁਲਤਾਨ ਸਿੰਘ ਜੀ ਬੈਠੇ, ਇਹਨਾਂ ਨੂੰ ਪਤਾ ਵੀ ਅੱਜ ਭਾਵੇਂ ਹਰਿਮੰਦਰ ਸਾਹਿਬ ਵਿੱਚ ਹੀ ਡਿਊਟੀ ਕਰਨੀ ਹੋਵੇ, ਜਿਹੜਾ ਭਗਤੀ ਦਾ ਘਰ ਹੈ, ਤੇ ਫਿਰ ਵੀ ਇੱਧਰ ਉੱਧਰ ਮਾੜਾ ਮੋਟਾ ਸਤਿ ਸ੍ਰੀ ਅਕਾਲ ਕਰਨੀ ਪੈਂਦੀ ਕਿਸੇ ਨਾ ਕਿਸੇ ਨੂੰ। ਵੈਸੇ ਜੇ ਵਿਸ਼ਵਾਸ ਰੱਖੋ ਤੇ ਅੱਜ ਵੀ ਚੱਲਦਾ ਹੈ, ਗੁਰੂ ਰਾਮਦਾਸ ਜੀ ਤੇ ਭਰੋਸਾ ਕਰਕੇ ਰੱਖੋ, ਅੱਜ ਵੀ ਚੱਲਦਾ ਜੇ ਕਰ ਲਈਏ। ਪਰ ਬੜੇ ਘੱਟ ਹੀ ਨੇ ਜਿਹੜੇ ਉੱਥੇ ਖਲੋਂਦੇ ਨੇ, ਨਹੀਂ ਤੇ ਆਉਂਦਿਆਂ ਜਾਂਦਿਆਂ ਬੱਤੀਆਂ ਵਾਲਿਆਂ ਨੂੰ ਮਿਲਣਾ ਗਿਲਣਾ ਪੈਂਦਾ। ਮਾਤਾ ਨਾਨਕੀ ਉਹ ਗੱਲ ਕਹਿੰਦੀ ਹੈ ਵੀ ਇਹ ਬੋਲਦਾ ਨਹੀਂ, ਗੱਲ ਨਹੀਂ ਕਰਦਾ, ਤਾਂ ਬਣੇਗਾ ਕੀ? ਸਤਿਗੁਰੂ ਨੇ ਉੱਥੇ ਇੱਕ ਬਚਨ ਕੀਤਾ ਸੀ, ਕਹਿੰਦੇ ਨਾਨਕੀ ਤੂੰ ਐਵੇਂ ਫਿਕਰ ਕਰਨੀ ਹੈ, ਰੱਬ ਬੜਾ ਬੇਅੰਤ ਹੈ, ਇਹਨੂੰ ਬਣਾਈ ਇਸ ਵਾਸਤੇ ਹੈ, ਇਹਦੇ ਘਰ ਵਿੱਚ ਕਿਸੇ ਮਾਂ ਬਲੀ ਨੇ, ਸੂਰਮੇ ਨੇ ਜਨਮ ਲੈਣਾ ਹੈ। ਬੜੀਆਂ ਲੰਮੀਆਂ ਰੱਬ ਦੀਆਂ ਤਰਕੀਬਾਂ ਨੇ, ਕਿਵੇਂ ਕਿਵੇਂ ਕੰਮ ਕਰਦਾ। 3 ਤਾਂ ਉੱਥੇ ਚੀਜ਼ਾਂ ਦਿੱਤੀਆਂ, ਇੱਕ ਤੇ ਰੁਮਾਲ ਦਿੱਤਾ ਜਿਹਦੇ ਨਾਲ ਗੁਰੂ ਸਾਹਿਬ ਨੇ ਹੱਥ ਧੋ ਕੇ ਹੱਥ ਪੂੰਝੇ ਸਨ, ਉਹ ਰੁਮਾਲ ਪਾਇਆ ਮਾਤਾ ਨਾਨਕੀ ਦੀ ਝੋਲੀ ਵਿੱਚ, ਕਹਿੰਦੇ ਲੈ ਪਕੜ,
ਆ ਗੁਰਿਆਈ ਦੀ ਨਿਸ਼ਾਨੀ ਹੈ। ਇਹ ਅੱਜ ਛੋਟਾ ਹੈ, ਹੌਲੀ ਹੌਲੀ ਇਹ ਰੁਮਾਲ ਵੱਡਾ ਹੋ ਜਾਏਗਾ ਤੇ ਇਹ ਚਾਦਰ ਬਣ ਜਾਏਗੀ ਤੇ ਲੋਕ ਇਹਨੂੰ ਕਹਿਣਗੇ ਧਰਮ ਦੀ ਚਾਦਰ। ਗੁਰੂ ਤੇਗ ਬਹਾਦਰ ਸਾਹਿਬ ਇੱਕ ਆਪਣੇ ਕਮਰ ਕੱਸੇ ਦੇ ਵਿੱਚੋਂ ਕਟਾਰ ਕੱਢ ਕੇ ਦਿੱਤੀ, ਕਹਿਣ ਲੱਗੇ ਲੈ ਫੜ, ਆ ਵੀ ਨਿਸ਼ਾਨੀ ਗੁਰਿਆਈ ਦੀ। ਗੁਰਤਾ ਗੱਦੀ 6ਵੇਂ ਪਾਤਸ਼ਾਹ ਨੇ ਦੇ ਦਿੱਤੀ ਸੀ ਮਹਾਰਾਜ ਨੂੰ। ਬਾਅਦ ਵਿੱਚ 8ਵੇਂ ਪਾਤਸ਼ਾਹ ਨੇ ਇਸ਼ਾਰਾ ਕਰਤਾ ਸੀ, ਬਾਬਾ ਬੱਸੈ ਗ੍ਰਾਮ ਬਕਾਲੇ, ਵੀ ਉੱਥੇ ਹੈ ਬਾਬਾ, ਉੱਥੇ ਹੈ ਗੁਰੂ, ਉੱਥੇ ਹੈ। ਇੱਕ ਕਟਾਰ ਦਿੱਤੀ, ਇੱਕ ਜਿਹਦੇ ਤੋਂ ਨਿਤਨੇਮ ਕਰਦੇ ਸੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ, ਉਹ ਗੁਟਕਾ ਸਾਹਿਬ, ਉਹ 3 ਚੀਜ਼ਾਂ ਦੇ ਕੇ ਕਿਹਾ ਤੇ ਨਾਲ ਇੱਕ ਕੀਤਾ ਬਚਨ। ਉਹ ਬਚਨ ਕਿਹਾ ਸੀ ਕਿ ਇਹਦਾ ਫਿਕਰ ਨਾ ਤੂੰ ਕਰੀ, ਇਹਨੂੰ ਲੈ ਕੇ ਬਕਾਲੇ ਚਲੀ ਜਾ, ਬਕਾਲੇ ਚਲੀ ਜਾ, ਸਮੇਂ ਦੀ ਉਡੀਕ ਕਰ, ਇਸਕੇ ਗ੍ਰਹਿ ਪ੍ਰਗਟੇਗਾ ਜੋਧਾ। ਉਦੋਂ ਮਾਤਾ ਗੁਜਰੀ ਜੀ ਵੀ ਨਾਲ ਸਨ। ਇਸਕੇ ਗ੍ਰਹਿ ਪ੍ਰਗਟੇਗਾ ਜੋਧਾ, ਇਹਦੇ ਘਰ ਵਿੱਚ, ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਵਿੱਚ ਇੱਕ ਯੋਧੇ ਨੇ ਜਨਮ ਲੈਣਾ ਹੈ, ਜਿਸ ਕੋ ਬਲ ਗੁਣ ਕਿਨਹੂ ਨਾ ਸੋਧਾ। ਨਾ ਕੋਈ ਉਹਦੀ ਸ਼ਕਤੀ ਮਿਲ ਸਕੇਗਾ ਤੇ ਨਾ ਉਹਦੇ ਗੁਣਾਂ ਨੂੰ ਕੋਈ ਮਿਲ ਸਕੇਗਾ। ਬਾਕੀ ਗੱਲ ਏ 2 ਪੰਕਤੀਆਂ ਦੇ ਵਿੱਚ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਬਿਲਕੁਲ ਕਵੀ ਜੀ ਨੇ ਬੰਦ ਕਰਤਾ। ਕਵੀ ਸੰਤੋਖ ਸਿੰਘ ਕਹਿਣ ਵਾਲੇ ਬੜੇ ਕਹਿ ਦਿੰਦੇ ਐਵੇਂ ਲਿਖਿਆ, ਬ੍ਰਾਹਮਣਾਂ ਦਾ ਗ੍ਰੰਥ ਹੈ। ਨਾ ਬਲ ਤੇ ਨਾ ਗੁਣ। ਬਲ ਦੀ ਗੱਲ ਵੇਖੋ, ਹੁਣ ਆਪਾਂ ਆਈਏ ਮਾਛੀਵਾੜੇ ਦੇ ਵਿੱਚ, ਗੁਣ ਦਾ ਮਤਲਬ ਇਹ ਸੁਭਾਅ ਵੀ ਉਸ ਤਰ੍ਹਾਂ ਦਾ ਹੈ। ਪਿੱਛੇ ਜਦੋਂ ਮਹਾਰਾਜ ਲੰਘ ਕੇ ਆਏ ਨੇ ਤੇ ਜਦੋਂ ਮਾਛੀਵਾੜੇ ਦੇ ਵਿੱਚ ਆਣ ਕੇ ਇੱਥੇ ਵਿਸ਼ਰਾਮ ਕੀਤਾ ਹੈ, 3 ਸਿੱਖ ਜਦੋਂ ਆਉਂਦੇ ਨੇ ਤੇ ਸਤਿਗੁਰੂ ਅੱਜ ਵੀ ਉਹ ਜੰਡ ਉੱਥੇ ਮੌਜੂਦ ਹੈ ਦਰਬਾਰ ਦੇ ਨਾਲ, ਗੁਰਦੁਆਰਾ ਚਰਨ ਕਮਲ ਸਾਹਿਬ ਦੇ ਵਿੱਚ। ਉੱਥੇ ਖੂਹ ਵਿੱਚੋਂ ਪਾਣੀ ਕੱਢ ਕੇ ਪੀਤਾ ਸਤਿਗੁਰੂ। ਪੈਰ ਜਿਹੜੇ ਸਨ ਨੀਲੇ ਹੋਏ ਨੇ ਠੰਡ ਦੇ ਨਾਲ, ਠੰਡ ਬਹੁਤ ਹੈ, ਤੇ ਨੰਗੇ ਪੈਰੀ ਤੁਰੇ, ਨੰਗੇ ਪੈਰੀ ਸਫ਼ਰ ਸਾਰਾ ਕਰਕੇ ਆਏ। ਰਾਹ ਦੇ ਵਿੱਚ ਵੀ ਕੁਝ ਕੌਤਕ ਹੋਏ ਨੇ। ਚਮਕੌਰ ਸਾਹਿਬ ਤੇ ਮਾਛੀਵਾੜੇ ਦੇ ਦਰਮਿਆਨ ਇਹ ਰਸਤਾ ਸਤਿਗੁਰੂ ਦੀਆਂ ਬਰਕਤਾਂ ਦੇ ਨਾਲ ਭਰਿਆ ਹੋਇਆ। ਥੋੜਾ ਜਿਹਾ ਪਿੱਛੇ ਜਾਓ, ਇੱਕ ਫਕੀਰ ਦਾ, ਇੱਥੇ ਫਕੀਰ ਰਹਿੰਦਾ ਸੀ ਮੁਸਲਮਾਨ, ਉਹਨੂੰ ਮਿਲੇ ਜਿੱਥੇ ਮਹਾਰਾਜ ਨੇ ਅੰਮ੍ਰਿਤ ਵੇਲੇ ਇੱਥੇ ਕੰਘਾ ਕੀਤਾ, ਦਸਤਾਰ ਸਜਾਈ। ਅੱਜ ਉੱਥੇ ਗੁਰਦੁਆਰਾ ਸਾਹਿਬ, ਉਹ ਫਕੀਰ ਦੀ ਦਰਗਾਹ ਵੀ ਹੈ ਉੱਥੇ। ਉਹਨੂੰ ਮਹਾਰਾਜ ਨੇ ਦਰਸ਼ਨ ਦਿੱਤੇ ਸਨ ਕਿਉਂਕਿ ਉਹ ਯਾਦ ਕਰਦਾ ਸੀ। ਬਾਹਰੋਂ ਵੇਖੋ ਤੇ ਗੁਰੂ ਸਾਹਿਬ ਇੱਕ ਆਮ ਬੰਦੇ ਵਾਂਗੂ ਜਾ ਰਹੇ ਨੇ, ਪਰ ਅੰਦਰੋਂ ਉਸ ਰਾਹ ਤੇ ਜਾਂਦੇ ਨੇ ਜਿੱਧਰ ਜਿੱਧਰ ਕੋਈ ਯਾਦ ਕਰਦਾ। ਗੁਰੂ ਯਾਦ ਦਾ ਤੇ ਪਿਆਰ ਦਾ ਹੀ ਭੁੱਖਾ ਹੈ ਬਸ, ਹੋਰ ਗੁਰੂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੁੰਦੀ। ਮਨ ਹੋਵੇ ਸਾਫ਼, ਮਨ ਸ਼ੁੱਧ ਹੋਵੇ, ਨੀਅਤ ਸਾਫ਼ ਹੋਵੇ ਤੇ ਗੁਰੂ ਨੂੰ ਯਾਦ ਕਰੇ। ਉਹ ਗੁਰੂ ਤਾਂ ਉਡੀਕਦਾ ਹੈ ਕੋਈ ਮੈਨੂੰ ਸ਼ੁੱਧ ਨੀਅਤ ਦੇ ਨਾਲ ਯਾਦ ਕਰਨ ਵਾਲਾ ਹੋਵੇ, ਤੇ ਮੈਂ ਤੇ ਆਪ ਉਹਦਾ ਦਰਵਾਜ਼ਾ ਜਾ ਕੇ ਖੜਕਾਵਾਂ, ਮੈਂ ਤੇ ਆਪ ਉਹਦੇ ਕੋਲ ਜਾਣ ਵਾਸਤੇ ਤਿਆਰ ਹਾਂ। ਪਰ ਇਹ ਦਾਤ ਵੀ ਗੁਰੂ ਹੀ ਬਖਸ਼ਦਾ ਅੰਦਰ। ਉੱਥੇ ਸਾਧ ਸੰਗਤ ਜੀ ਢਾਡੀ ਸਿੰਘਾਂ ਨੇ ਇੱਥੇ ਪ੍ਰਸੰਗ ਛੱਡਿਆ ਸੀ। 3 ਸਿੱਖ, ਭਾਈ ਦਇਆ ਸਿੰਘ ਤੇ ਭਾਈ ਮਾਨ ਸਿੰਘ ਤੇ ਭਾਈ ਧਰਮ ਸਿੰਘ, 3 ਜਦੋਂ ਆਏ ਤੇ ਗੁਰੂ ਸਾਹਿਬ ਇਸ ਤਰ੍ਹਾਂ ਟੇਢੇ ਹੋ ਕੇ ਜੰਡ ਦੇ ਥੱਲੇ ਆਰਾਮ ਕਰਦੇ ਸੁੱਤੇ ਹੋਏ। ਦੂਰੋਂ ਕਹਿੰਦੇ ਨੇ ਕਿ ਭਾਈ ਦਇਆ ਸਿੰਘ ਜੀ ਨੂੰ ਗੁਰੂ ਸਾਹਿਬ ਦੇ ਜਿਹੜੀ ਉਂਗਲ ਸੀ ਉਹਦੇ ਉੱਤੇ, ਕਈਆਂ ਨੇ ਤੇ ਹੁਣ ਅੰਗੂਠੀ ਲਿਖਤਾ, ਮਹਾਰਾਜ ਦੀ ਅੰਗੂਠੀ ਦਾ ਲਿਸ਼ਕਾਰਾ ਪਿਆ ਸੀ ਵੀ ਨਗ ਪਾਇਆ ਸੀ। ਨਹੀਂ, ਇਹ ਕੋਈ ਅੰਗੂਠੀ ਨਹੀਂ ਸੀ ਪਾਈ। ਇਹ ਇੱਕ ਗਿਆਨੀ ਈਸ਼ਰ ਸਿੰਘ ਨਾਰਾ ਹੋਏ ਨੇ, ਉਹਨਾਂ ਨੇ ਲਿਖਿਆ। ਉਹ ਕਹਿੰਦੇ ਗੁਰੂ ਸਾਹਿਬ ਨੇ ਇੱਕ ਗੁਲ ਸ਼ਤਰਾਨ ਹੁੰਦਾ ਹੈ, ਗੁਲ ਸ਼ਤਰਾਨ ਉਹਨੂੰ ਕਹਿੰਦੇ ਨੇ। ਜਦੋਂ ਤੀਰ ਚਲਾਉਣੇ ਹੋਣ ਜ਼ਿਆਦੇ, ਉਦੋਂ ਸੂਰਮੇ ਵੱਡੇ ਵੱਡੇ ਪਾਉਂਦੇ ਨੇ ਵੀ ਜਦੋਂ ਤੀਰ ਲੰਘਦਾ ਨਾ ਹੱਥ ਦੇ ਕੋਲੋਂ ਖੱਬੇ ਪਾਸੇ, ਤਾਂ ਉਹ ਤੀਰ ਇੰਨੀ ਤੇਜ਼ੀ ਨਾਲ ਲੰਘਦਾ ਹੈ ਕਿ ਜੇ ਗੁਲ ਸ਼ਤਰਾਨ ਨਾ ਪਾਇਆ ਹੋਵੇ ਤੇ ਹੱਥ ਛਿੱਲਿਆ ਜਾਂਦਾ ਹੈ। ਉਹ ਮਹਾਰਾਜ ਨੇ ਪਾਇਆ ਹੋਇਆ ਸੀ। ਉਹ ਹੁਣ ਅਸੀਂ ਉਹਦਾ ਛੱਲਾ ਬਣਾ ਦਿੱਤਾ। ਲੁਧਿਆਣੇ ਦੇ ਨਾਲ ਪਿੰਡ ਮੋਹੀ ਹੈ, ਉੱਥੋਂ ਦਾ ਇਤਿਹਾਸ ਲਿਖਿਆ ਹੈ। ਗੁਰੂ ਸਾਹਿਬ ਵੇਖੋ ਜੀ
ਇੱਥੋਂ ਦੇ ਸਿੰਘ ਤੋਂ ਲੋਹਾਰ ਤੋਂ ਛੱਲਾ ਕਟਵਾਉਂਦੇ ਹੋਏ, ਉਹ ਮਹਾਰਾਜ ਛੱਲੇ ਪਾਉਂਦੇ ਫਿਰਦੇ ਸਾਡੇ ਵਾਂਗ। ਤੁਸੀਂ ਆਪ ਪਾਉਣੇ ਨੇ ਪਾਏ ਫਿਰੋ, ਗੁਰੂ ਨੂੰ ਕਿਉਂ ਪਾਉਂਦੇ ਹੋ ਛੱਲੇ? ਉਹਦਾ ਗੁਲ ਸ਼ਤਰਾਨ ਸੀ, ਉਹਦੇ ਖੱਬੇ ਹੱਥ ਵਿੱਚ ਪਾਇਆ ਹੋਇਆ ਸੀ, ਕਿਉਂਕਿ ਸੱਜੇ ਦੇ ਨਾਲ ਚਿੱਲਾ ਚੜ੍ਹਦਾ ਤੀਰ ਦਾ। ਜਦੋਂ ਤੀਰ ਖਿੱਚ ਕੇ ਛੱਡਦੇ ਸਨ ਤੇ ਉਹ ਇੱਥੇ ਅੰਗੂਠੇ ਦੇ ਨਾਲੋਂ ਰਗੜ ਕੇ ਲੰਘਦਾ ਸੀ, ਉਹਦੇ ਵਾਸਤੇ ਪਾਇਆ ਹੋਇਆ ਸੀ। ਉਹਨੂੰ ਹੀਰਾ ਲੱਗਾ ਹੋਇਆ ਸੀ ਜਿਹੜਾ ਦੂਰੋਂ ਚਮਕਦਾ। ਜਦੋਂ ਦੂਰੋਂ ਚਮਕ ਪਈ ਨਾ ਤੇ ਭਾਈ ਦਇਆ ਸਿੰਘ ਨੇ ਵੇਖਿਆ ਵੀ ਇੱਥੇ ਸਤਿਗੁਰੂ ਇੱਥੇ ਲੱਗਦੇ ਨੇ, ਕਿਉਂਕਿ ਆਪ ਜੀ ਪੂਰਾ ਮੋਰਚਾ ਬਣਾ ਕੇ ਬੈਠੇ ਸਨ, ਇੰਨੇ ਸੂਰਮੇ ਸਨ। ਜਦੋਂ ਨੇੜੇ ਗਏ ਤੇ ਗੁਰੂ ਸਾਹਿਬ ਦੀ ਹਾਲਾਤ ਵੇਖੀ, ਚੋਲਾ ਪਾਟਿਆ ਹੋਇਆ ਸਾਰਾ ਕੁਝ, ਤੇ ਪੈਰਾਂ ਨੂੰ ਜ਼ਖਮ ਨੇ। ਉਸ ਵੇਲੇ ਭਾਈ ਮਾਨ ਸਿੰਘ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਕਹਿੰਦੇ ਸੂਰਮਾ ਬੜਾ ਸੀ ਇਹ। ਸਹਿਜੇ ਸਹਿਜੇ ਗੁਰੂ ਸਾਹਿਬ ਦੇ ਚਰਨਾਂ ਨੂੰ ਜਦੋਂ ਹੱਥ ਲਾਏ ਤੇ ਮਹਾਰਾਜ ਇੱਕਦਮ ਤਲਵਾਰ ਫੜ ਕੇ ਸੁਚੇਤ ਹੋ ਗਏ। ਸਿੰਘਾਂ ਦੀਆਂ ਅੱਖਾਂ ਵਿੱਚ ਜਲ ਆ ਗਿਆ। ਮਹਾਰਾਜ ਤੁਹਾਡੇ ਚਰਨ, ਆਹ ਹਾਲਾਤ ਬਣੀ ਹੋਈ ਹੈ। ਸਤਿਗੁਰੂ ਉਸੇ ਤਰ੍ਹਾਂ ਚਿਹਰੇ ਤੇ ਚੜ੍ਹਦੀ ਕਲਾ ਹੈ। ਤੇ ਸਤਿਗੁਰਾਂ ਨੇ ਉੱਥੇ ਫਿਰ ਜਿਹੜਾ ਬਚਨ, ਜਿਹੜਾ ਕੀਰਤਨ ਕੀਤਾ, ਉਹ ਸਵੇਰ ਵੀ ਅੰਮ੍ਰਿਤ ਵੇਲੇ ਰੱਬੀ ਗੁਣ ਗਾਏ ਨੇ, ਅਕਾਲ ਪੁਰਖ ਦੀ ਉਸਤਤ ਕੀਤੀ। ਕਿਉਂਕਿ ਪਹਿਲੇ ਦਿਨ ਹੀ ਮਹਾਰਾਜ ਨੇ, ਮੈਂ ਗੱਲ ਜੋੜ ਕੇ ਕਰਾਂ ਕਿ ਮੈਂ ਗੱਲ ਵਿੱਚ ਛੱਡ ਗਿਆ ਸੀ, ਜਦੋਂ ਪਰਲੋਕ ਉੱਥੋਂ ਆਏ ਨੇ ਜਨਮ ਲੈਣ ਵਾਸਤੇ, ਉਦੋਂ ਕਹਿੰਦੇ ਬੇਨਤੀ ਮੈਂ ਕਰਕੇ ਆਇਆ ਸੀ। ਸਾਡਾ ਚਿੱਤ ਕਹਿੰਦੇ ਇੱਥੇ ਆਉਣ ਨੂੰ ਕਰਦਾ ਨਹੀਂ ਸੀ, ਸੰਸਾਰ ਦੇ ਵਿੱਚ ਮਨ ਨਹੀਂ ਸੀ ਕਰਦਾ ਆਉਣ ਵਾਸਤੇ। ਵੇਖੋ ਉਹਨਾਂ ਦਾ ਜੀਵਨ ਕਿਵੇਂ ਦਾ ਹੈ। ਜੇ ਤੁਸੀਂ ਮਹਾਰਾਜ ਨੂੰ ਬਾਹਰੋਂ ਵੇਖੋ ਤੇ ਪੂਰੇ ਬਾਦਸ਼ਾਹ ਤੋਂ ਵੀ ਵੱਧ ਨੇ। ਬਾਦਸ਼ਾਹਾਂ ਦੀਆਂ ਵੀ ਅੱਖਾਂ ਝੁਕ ਜਾਂਦੀਆਂ ਉਹਨਾਂ ਦੇ ਬਾਰਿਸ਼ ਠਾਠ ਬਾਠ ਨੂੰ ਵੇਖ ਕੇ। ਭੀਮ ਚੰਦ ਵਰਗੇ ਉਹਨਾਂ ਨੂੰ ਹੁੰਦਾ ਵੀ ਰਾਜਾ ਮੈਂ ਹਾਂ ਕਿ ਇਹ ਹੈ, ਪ੍ਰਸ਼ਾਦੀ ਹਾਥੀ ਚੌਰ ਕਰਦਾ। ਦਰਬਾਰ ਬੜਾ, ਕਲਗੀ ਬੜੀ ਸੋਹਣੀ ਹੈ, ਸੁੰਦਰਤਾ ਬੜੀ ਹੈ। ਬਾਹਰੋਂ ਰਹਿੰਦੇ ਨੇ ਚੜ੍ਹਦੀ ਸੰਸਾਰੀ ਬਣ ਕੇ, ਬਾਦਸ਼ਾਹ ਬਣ ਕੇ, ਪਰ ਅੰਦਰ ਉੱਥੇ ਹੈ ਨਹੀਂ ਸੰਸਾਰ ਦੇ ਵਿੱਚ। ਬਾਹਰੋਂ ਬਾਦਸ਼ਾਹ ਬਣ ਕੇ ਵਿਖਾਇਆ ਵੀ ਜੇ ਰਹਿਣਾ ਸੰਸਾਰ ਵਿੱਚ ਇਸ ਤਰ੍ਹਾਂ ਬਣ ਕੇ ਰਹੋ, ਪਤਾ ਲੱਗੇ ਵੀ ਕੋਈ ਬੰਦਾ ਦੁਨੀਆ ਵਿੱਚ ਰਹਿ ਰਿਹਾ। ਬਾਦਸ਼ਾਹ ਬਣ ਕੇ ਬਾਹਰੋਂ ਰਹੇ ਨੇ, ਪਰ ਅੰਦਰ ਦੀ ਦਰਵੇਸ਼ੀ ਬੜੀ ਕਮਾਲ ਦੀ ਹੈ। ਇੱਕ ਪਲ ਵਾਸਤੇ ਵੀ ਅੰਦਰ ਰੱਬ ਤੋਂ ਦੂਰ ਨਹੀਂ ਹੁੰਦਾ। ਕਹਿੰਦੇ ਸਾਡਾ ਇੱਥੇ ਆਉਣ ਨੂੰ ਚਿੱਤ ਹੀ ਨਹੀਂ ਸੀ ਕਰਦਾ। ਨਿਤਨੇਮ ਦੀ ਇੰਨੀ ਪਕਿਆਈ ਹੈ, ਔਰ ਨਿਤਨੇਮ ਤੇ ਕੁਦਰਤ ਨਾਲ ਇੰਨਾ ਮੋਹ ਤੇ ਪਿਆਰ ਹੈ। ਸਤਿਗੁਰੂ ਦਾ ਸਾਰਾ ਜਨਮ ਤੁਸੀਂ ਵੇਖੋ ਦਰਿਆਵਾਂ ਦੇ ਕਿਨਾਰੇ ਤੇ, ਮਹਾਰਾਜ ਦਾ ਜ਼ਿਆਦਾਤਰ ਦਰਿਆਵਾਂ ਦੇ ਕਿਨਾਰੇ ਤੇ ਲੰਘਿਆ। ਜੇ ਜਨਮ ਹੋਇਆ ਤੇ ਉੱਥੇ ਵੀ ਦਰਿਆ ਸੀ, ਗੰਗਾ ਦਾ ਕਿਨਾਰਾ ਸੀ। 6 ਸਾਲ ਉੱਥੇ ਵੀ ਗੰਗਾ ਦੇ ਕਿਨਾਰੇ ਤੇ ਖੇਡਦੇ ਰਹੇ। ਫਿਰ ਆਏ ਨੇ ਤੇ ਸਤਲੁਜ ਦਾ ਕਿਨਾਰਾ, ਫਿਰ ਗਏ ਨੇ ਤੇ ਫਿਰ ਯਮੁਨਾ ਦਾ ਕਿਨਾਰਾ, ਪੌਂਟਾ ਸਾਹਿਬ, ਉੱਥੇ ਵੀ ਕਾਫੀ ਸਮਾਂ ਰਹੇ ਨੇ। ਉੱਥੇ ਵੀ ਕਵੀਆਂ ਦੇ ਦਰਬਾਰ ਸਜਦੇ ਰਹੇ ਨੇ। ਉੱਥੇ ਵੀ ਕਿਨਾਰਾ, ਇੱਥੇ ਵੀ ਹਰ ਰੋਜ਼ ਸਤਲੁਜ ਦੇ ਕਿਨਾਰੇ ਤੇ ਮਹਾਰਾਜ ਆਮ ਹੀ ਰਹਿਰਾਸ ਸਾਹਿਬ ਦੀ ਬਾਣੀ ਇੱਥੇ ਬਾਹਰ ਆ ਕੇ ਪੜ੍ਹਦੇ ਹੁੰਦੇ ਸੀ। ਇੱਕ ਸਿੰਘ ਨੇ ਮੈਨੂੰ ਦੱਸਿਆ, ਵਿਦੇਸ਼ ਵਿੱਚ ਸੀ ਉਹ, ਕਈ ਚੀਜ਼ਾਂ ਇਤਿਹਾਸ ਦੇ ਵਿੱਚ ਨਹੀਂ ਆਉਂਦੀਆਂ। ਉਹ ਵਿਦੇਸ਼ ਵਿੱਚ, ਮੈਨੂੰ ਉਹਨਾਂ ਦਾ ਨਾਂ ਨੋਟ ਕਰਨਾ ਭੁੱਲ ਗਿਆ। ਕਹਿੰਦੇ ਇੱਕ ਮੈਂ ਰਵਾਇਤ ਸੁਣੀ ਹੈ ਗੁਰੂ ਸਾਹਿਬ ਦੀ, ਕਿ ਗੁਰੂ ਸਾਹਿਬ ਕਦੀ ਕਦੀ ਜਿੱਥੇ ਨੰਗਲ ਪੈਂਦਾ ਹੈ, ਭਪੌਰ ਸਾਹਿਬ ਜਿੱਥੇ ਗੁਰਦੁਆਰਾ ਹੈ, ਇੱਥੇ ਇੱਕ ਮਾਈ ਸੀ, ਬਹੁਤ ਬਾਣੀ ਉਹਦੀ ਬੜੀ ਸ਼ੁੱਧ ਸੀ। ਤੇ ਗੁਰੂ ਸਾਹਿਬ ਕਈ ਵਾਰੀ ਸਪੈਸ਼ਲ ਘੋੜੇ ਤੇ ਸਵਾਰ ਹੋ ਕੇ ਜਥੇ ਸਮੇਤ ਉਹਦੇ ਤੋਂ ਰਹਿਰਾਸ ਸਾਹਿਬ ਸੁਣਨ ਜਾਇਆ ਕਰਦੇ ਸੀ ਸ਼ਾਮ ਦਾ। ਇਹ ਰਵਾਇਤ ਹੈ, ਲਿਖਤ ਨਹੀਂ ਕਿਤੇ ਆਈ। ਉਹ ਇੰਨੇ ਪ੍ਰੇਮ ਦੇ ਵਿੱਚ ਬਾਣੀ ਗਾਉਂਦੀ ਸੀ, ਬਾਣੀ ਪੜ੍ਹਦੀ ਸੀ। ਤਾਂ ਕਹਿੰਦੇ ਜਦੋਂ ਮੈਂ ਦੁਨੀਆ ਵਿੱਚ ਆਉਣਾ ਸੀ, ਸਾਡਾ ਇੱਥੇ ਆਉਣ ਨੂੰ ਚਿੱਤ ਨਹੀਂ ਸੀ ਕਰਦਾ। ਚਿੱਤ ਨੂੰ ਖੋਭੀ ਨਹੀਂ ਦੁਨੀਆ ਦੇ ਵਿੱਚ, ਬਸ ਬਾਹਰੋਂ ਸਰੀਰ ਪੂਰਾ ਇਸ ਤਰ੍ਹਾਂ ਐਕਟਿੰਗ ਪੂਰੀ ਹੈ ਸੰਸਾਰ ਦੇ ਵਿੱਚ। ਤਾਂ ਤੇ ਮਹਾਰਾਜ ਕਹਿੰਦੇ ਮੈਂ ਤੇ ਇਹ ਤਮਾਸ਼ਾ ਹੈ, ਦੁਨੀਆ ਜਿਹੜੀ ਹੈ ਤਮਾਸ਼ਾ ਵੇਖਣ ਵਾਸਤੇ ਆਇਆ। ਮੇਰਾ ਅੰਦਰ ਨਹੀਂ, ਇੱਥੇ ਅੰਦਰ ਮੇਰਾ ਸੰਨਿਆਸੀ ਹੈ, ਬਾਹਰੋਂ ਮੈਂ ਬਾਦਸ਼ਾਹ।
ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਰੇ ਮਨ ਐਸੋ ਕਰ ਸੰਨਿਆਸਾ, ਇਵੇਂ ਦਾ ਸੰਨਿਆਸੀ ਬਨ ਸੇ ਸਦਨ ਸਭੈ ਕਰ ਸਮਝੋ। ਆਪਣੇ ਘਰ ਨੂੰ ਜੰਗਲ ਬਣਾ ਦੇ, ਬਾਹਰੋਂ ਭਾਵੇਂ ਘਰ ਕਿੰਨਾ ਸੋਹਣਾ ਲੱਗੇ ਪਰ ਰਹੋ ਇਹਦੇ ਵਿੱਚ ਜੰਗਲ ਵਾਂਗੂ। ਬਨ ਸੇ ਸਦਨ, ਬਨ ਮੈਨੇ ਜੰਗਲ, ਸਦਨ ਮੈਨੇ ਘਰ। ਸਭੈ ਕਰ ਸਮਝੋ ਮਨ ਹੀ ਮਾਹੇ ਉਦਾਸਾ, ਮਨ ਕਰਕੇ ਉਦਾਸੀ ਰਹਿਣਾ ਹੈ, ਤਨ ਕਰਕੇ ਉਦਾਸੀ ਨਹੀਂ ਬਣਨਾ। ਤਨ ਤੇ ਚੜ੍ਹਦੀ ਕਲਾ ਵਿੱਚ, ਬਾਹਰੋਂ ਬੰਦਾ ਵੇਖਿਆ ਕਹੇ। ਇਸ ਲਈ ਬੜਿਆਂ ਨੂੰ ਭੁਲੇਖਾ ਪੈ ਗਿਆ ਵੀ ਗੁਰੂ ਗੋਬਿੰਦ ਸਿੰਘ ਆ ਪਿੱਛੇ ਜੀ ਇੱਕ ਅਖਬਾਰ ਵਾਲਾ ਜਿਹਨੂੰ ਜੱਗ ਬਾਣੀ ਤੇ ਸਿੱਖ ਉਹਨੂੰ ਅੱਗ ਬਾਣੀ ਕਹਿੰਦੇ ਸੀ, ਜਿਹਨੇ 80 ਵਿੱਚ ਅੱਗ ਲਾਈ ਸੀ ਪੰਜਾਬ ਨੂੰ, ਉਹਦੇ ਲੇਖ ਤੋਂ ਸਾਰੀ ਲੜਾਈ ਪਈ ਸੀ। ਉਹਨੇ ਇੱਕ ਲੇਖ ਲਿਖਿਆ ਸੀ ਲਾਲੇ ਜਗਤ ਨਾਰਾਇਣ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਤੁਸੀਂ ਗੁਰੂ ਮੰਨਦੇ ਹੋ ਤੇ ਬੜਾ ਵੱਡਾ ਸੰਸਾਰੀ ਸੀ, ਬੜਾ ਵੱਡਾ ਸ਼ੌਕੀਨ ਸੀ ਉਹ, ਤੇ ਬੜਾ ਵੱਡਾ ਪਦਾਰਥਵਾਦੀ ਸੀ, ਬੜੇ ਸੋਹਣੇ ਕੱਪੜੇ ਪਾਉਂਦਾ ਸੀ ਤੇ ਕੱਪੜੇ ਪਾਉਂਦਾ ਸੀ। ਸਾਡਾ ਗੁਰੂ ਕੋਈ ਐਵੇਂ ਕੋਈ ਆਮ ਗੁਰੂ ਥੋੜਾ ਸੀ, ਉਹ ਅਸੀਂ ਬਾਦਸ਼ਾਹ ਦੇ ਪੁੱਤਰ ਹਾਂ, ਉਹਨੇ ਹੀ ਸਾਨੂੰ ਆ ਪਾਉਣੇ ਸਿਖਾਏ ਨੇ। ਹੁਣ ਵੀ ਅਸੀਂ ਕੋਈ ਕੱਲੀ ਫਕੀਰੀ ਨਹੀਂ ਜਾਣਦੇ, ਅਸੀਂ ਬਾਦਸ਼ਾਹਤ ਵੀ ਜਾਣਦੇ ਹਾਂ। ਉਹਨੇ ਸਾਨੂੰ ਕਲਗੀਆਂ ਲਾਣੀਆਂ ਵੀ ਸਿਖਾਈਆਂ ਨੇ, ਨਗਾਰੇ ਵਜਾਉਣੇ ਵੀ ਸਿਖਾਏ ਨੇ। ਪਰ ਅੰਦਰ ਉਦਾਸੀ ਏ, ਮਨ ਹੀ ਮਾਹੇ ਉਦਾਸਾ, ਮਨ ਕਰਕੇ ਉਦਾਸ ਰਹੋ। ਤੇ ਕਹਿੰਦੇ ਇਹਨੂੰ ਤਮਾਸ਼ਾ ਸਮਝ ਦੁਨੀਆ ਨੂੰ। ਐਕਟਿੰਗ ਇੱਕ ਨਾਟਕ ਚੱਲ ਰਿਹਾ, ਸਾਰੇ ਆਪੋ ਆਪਣਾ ਨਾਟਕ ਖੇਡ ਰਹੇ ਨੇ। ਕੋਈ ਪਤੀ ਦਾ ਨਾਟਕ ਖੇਡ ਰਿਹਾ, ਕੋਈ ਪਤਨੀ ਦਾ ਖੇਡ ਰਿਹਾ, ਕੋਈ ਕਿਸੇ ਦਾ ਖੇਡ ਰਿਹਾ। ਜੇ ਕੋਈ ਨਾਟਕ ਨਹੀਂ ਖੇਡ ਰਿਹਾ ਤੇ ਸਿਰਫ ਗੁਰੂ ਨਹੀਂ ਖੇਡ ਰਿਹਾ। ਗੁਰੂ ਅਸਲ ਵਿੱਚ ਗੁਰੂ ਹੈ, ਉਹ ਅਸਲੀਅਤ ਦੇ ਵਿੱਚ ਸੱਚਾ ਹੈ, ਸਿਰਫ ਉਹ ਹੀ ਸੱਚਾ, ਬਾਕੀ ਸਾਰਾ ਕੁਝ ਨਾਟਕ ਹੀ ਹੈ। ਤਾਂ ਹੀ ਮਹਾਰਾਜ ਕਹਿੰਦੇ ਨੇ ਕਿ ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਇਕਾਗਰਤਾ ਬਣੀ ਹੋਈ ਮੇਰੇ ਖਿਆਲ ਵਿੱਚ, ਪੜ੍ਹੀਏ ਇੱਕ ਵਾਰੀ ਸਾਰੇ, ਚੜ੍ਹਦੀ ਕਲਾ ਵਿੱਚ ਹੋ ਜਾਏ ਸੰਗਤ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਮੈਂ ਹੂੰ, ਸਾਰੇ ਪੜੋ। मैं हूँ परम पुरख को दासा, मैं हूँ परम पुरख को दासा, मैं हूँ परम पुरख को दासा, मैं हूँ परम पुरख को दासा। देखण आयो जगत तमाशा, देखण आयो जगत तमाशा, देखण देखण आयो जगत तमाशा, देखण आयो जगत तमाशा, देखण इस जगत नूं तमाशा। पर यह भी गल कहनी सौखी, तमाशा समझना बहुत औखा है। जदों साध संगत जी ਨੂਰਾ ਮਾਹੀ ਜਿਹੜਾ ਫਤਿਹਗੜ੍ਹ ਸਾਹਿਬ ਛੋਟੇ ਸਾਹਿਬਜ਼ਾਦਿਆਂ ਦੀ ਮਾਤਾ ਜੀ ਦੀ ਖਬਰ ਲੈ ਕੇ ਇੱਥੇ ਰਾਏਕੋਟ ਆਇਆ ਤੇ ਗੁਰੂ ਸਾਹਿਬ ਬੈਠੇ ਹੋਏ ਸਨ। ਸਾਹਿਬਜ਼ਾਦਿਆਂ ਦੀ ਖਬਰ, ਬੱਚਿਆਂ ਦੀ ਖਬਰ ਆਈ, ਉਹਦੇ ਤੋਂ ਦੱਸਿਆ ਨਹੀਂ ਜਾਂਦਾ ਕਿ ਉੱਥੇ ਕੀ ਹੋਇਆ, ਕਿਉਂਕਿ ਬੜੀ ਵੱਡੀ ਆਪ ਬੰਦ ਕਰ ਦਿਓ, ਨਹੀਂ, ਉਹਦੇ ਤੋਂ ਦੱਸਿਆ ਨਹੀਂ ਜਾਂਦਾ। ਅੱਖਾਂ ਵਿੱਚੋਂ ਉਹਦੇ ਪਾਣੀ, ਉਹਦੇ ਸਾਹ ਟੁੱਟ ਜਾਂਦੇ ਗੱਲ ਕਰਨ ਲੱਗਿਆ। ਉਹਦੇ ਤੋਂ ਗੱਲ ਨਹੀਂ ਕੀਤੀ ਜਾਂਦੀ। ਸਤਿਗੁਰੂ ਨੇ ਆਪਣੇ ਕੋਲੋਂ ਤਾਕਤ ਦਿੱਤੀ, ਕਹਿੰਦੇ ਦੱਸਦਾ ਕਿਉਂ ਨਹੀਂ, ਕੀ ਹੋਇਆ ਉੱਥੇ? ਕਹਿੰਦੇ ਮਹਾਰਾਜ ਦੱਸਾਂ ਕੀ, ਗੱਲ ਹੀ ਬੜੀ ਏਡੀ ਹੋ ਗਈ, ਕਹਿਣ ਦੇ ਮੂੰਹ ਮੇਰਾ ਖੁੱਲ੍ਹਦਾ ਹੀ ਨਹੀਂ, ਗੱਲ ਨਹੀਂ। ਛੋਟੇ ਬੱਚੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਚੜ੍ਹਦੀ ਕਲਾ ਦੇ ਵਿੱਚ ਸ਼ਹੀਦੀ ਪਾ ਗਏ ਨੇ। ਸਤਿਗੁਰੂ ਥੋੜੇ ਸਮੇਂ ਵਾਸਤੇ ਚੁੱਪ ਕਰ ਗਏ। ਕਹਿਣ ਲੱਗੇ ਅੱਛਾ ਇਹ ਦੱਸ, ਜਦੋਂ ਉੱਥੇ ਸੂਬੇਦਾਰ ਨੇ ਇਹ ਹੁਕਮ ਦਿੱਤਾ, ਫਤਵਾ ਦਿੱਤਾ ਹੈ, ਕੋਈ ਤੇ ਬੰਦਾ ਹੋਵੇਗਾ ਜਿਹਨੇ ਕਿਹਾ ਵੀ ਇਹ ਗਲਤ ਹੈ। ਕਿਸੇ ਬੰਦੇ ਦੀ ਜ਼ਮੀਰ ਜਾਗਦੀ ਸੀ।
ਕਹਿਣ ਲੱਗਾ ਮਹਾਰਾਜ ਹਾਂ, ਜਿਹੜਾ ਮਲੇਰਕੋਟਲੇ ਦਾ ਇੱਕ ਤੁਸੀਂ ਨਵਾਬ ਮਾਰਿਆ ਸੀ ਨਾ ਜੰਗ ਵਿੱਚ, ਉਹਦੇ 2 ਪੁੱਤਰ ਸਨ ਨਵਾਬ ਮਲੇਰਕੋਟਲੇ ਵਾਲੇ, ਉਹ ਬੈਠੇ ਸੀ। ਜਦੋਂ ਉਹਨਾਂ ਨੂੰ ਵਜੀਦ ਖਾਂ ਤੇ ਸੁੱਚੇ ਨੰਦ ਨੇ ਕਿਹਾ ਕਿ ਤੁਹਾਡਾ ਬਾਪ ਗੁਰੂ ਨੇ ਮਾਰਿਆ ਜੰਗ ਵਿੱਚ, ਬੱਚੇ ਫੜ ਕੇ ਲੈ ਜਾਓ ਤੇ ਬੁੱਢੀ ਮਾਂ ਹੈ, ਇਹਨਾਂ ਨੂੰ ਮਾਰ ਕੇ ਬਦਲਾ ਲੈ ਲਿਆ। ਉੱਠ ਕੇ ਖੜੇ ਹੋ ਗਏ ਸਨ ਮਹਾਰਾਜ, ਤੇ ਉਹਨਾਂ ਨੇ ਇੱਕ ਗੱਲ ਕਹੀ ਸੀ, ਬਦਲਾ ਲੈਣਾ ਹੋਗਾ तो लेंगे बाप से, खुदा महफूज रखे हमें ऐसे पाप से। ਉਹਨਾਂ ਨੇ ਹਾਂ ਦਾ ਨਾਰਾ ਮਾਰਿਆ। ਮਹਾਰਾਜ ਉਹਨਾਂ ਤੇ ਬੜੇ ਖੁਸ਼ ਹੋਏ, ਕਹਿੰਦੇ ਇਹ ਮਲੇਰਕੋਟਲਾ ਵਸਦਾ ਰਹੇਗਾ। ਅੱਜ ਵੀ ਜਦੋਂ ਕਦੀ ਇੱਧਰ ਨੂੰ ਜਾਈਏ ਨਾ ਗੱਡੀ ਲੈ ਕੇ, ਤੇ ਅੱਗੋਂ ਟੋਪੀਆਂ ਵਾਲੇ ਤੇ ਮਸੀਤਾਂ ਜਦੋਂ ਦਿਸਦੀਆਂ ਨੇ, ਉਸੇ ਵੇਲੇ ਸਤਿਗੁਰੂ ਦੇ ਬਚਨ ਚੇਤੇ ਆ ਜਾਂਦੇ। ਇਹ ਗੁਰੂ ਤਾਂ ਬੜੇ ਬਣਨੇ ਚਾਹੁੰਦੇ ਨੇ ਸਾਧ ਸੰਗਤ ਜੀ। ਬਚਨ ਗੁਰੂ ਸਾਹਿਬ ਨੇ ਜਿੱਥੇ ਮੋਹਰਾਂ ਲਾ ਦਿੱਤੀਆਂ, ਕੋਈ ਪੱਟ ਕੇ ਵਿਖਾਏ। ਬੜੇ ਅੱਜ ਕੱਲ੍ਹ ਨਵੇਂ ਤਰਕਵਾਦੀ ਆਏ ਨੇ, ਕਥਾਵਾਚਕ, ਆਹ ਵੀ ਨਹੀਂ ਹੋਇਆ, ਉਹ ਵੀ ਨਹੀਂ ਹੋਇਆ। ਕੀ ਕਰੋਗੇ? ਕਿੰਨਾ ਕੁ ਤੁਸੀਂ ਪੱਟੋਗੇ? ਤੁਸੀਂ ਸਾਰੀਆਂ ਵੀ ਨਿਸ਼ਾਨੀਆਂ ਮਿਟਾ ਦਿਓ ਧਰਤੀ ਦੀਆਂ, ਗੁਰੂ ਅੱਜ ਵੀ ਨਵੀਂ ਵੀ ਕਲਾ ਵਰਤਾ ਸਕਦਾ ਧਰਤੀ ਦੇ ਉੱਤੇ। ਗੁਰੂ ਵਿੱਚ ਅੱਜ ਵੀ ਪਾਵਰ ਉਸੇ ਤਰ੍ਹਾਂ ਹੀ। ਬੜੇ ਕਹਿੰਦੇ ਨੇ ਆਹ ਕਿਵੇਂ ਹੋ ਗਿਆ, ਉਹ ਕਿਵੇਂ ਹੋ ਗਿਆ। ਇਸ ਕਰਕੇ ਸਾਧ ਸੰਗਤ ਜੀ, ਸਤਿਗੁਰੂ ਨੇ ਉਹਨਾਂ ਦੇ ਉੱਤੇ ਵੀ ਖੁਸ਼ੀ ਕੀਤੀ। ਕਹਿੰਦੇ ਹਾਂ ਦਾ ਨਾਰਾ ਮਾਰਿਆ। ਜਦੋਂ ਉਹਨੇ ਸਾਰੀਆਂ ਗੱਲਾਂ ਬੜੇ ਦੁੱਖ ਦੇ ਨਾਲ ਆਪਣੇ ਵੱਲੋਂ ਦੱਸੀਆਂ, ਤੇ ਸਾਰੇ ਜਿਹੜੇ ਸੁਣਨ ਵਾਲੇ ਸੀ ਉਹਨਾਂ ਦੀਆਂ ਅੱਖਾਂ ਵਿੱਚੋਂ ਪਾਣੀ ਆਉਣ ਲੱਗ ਪਿਆ, ਰੋਣ ਲੱਗ ਪਏ। ਫਿਰ ਬੇਨਤੀ ਕੀਤੀ, ਮਹਾਰਾਜ ਤੁਹਾਡੇ ਚਿਹਰੇ ਤੇ ਕੋਈ ਗਮ ਨਹੀਂ। ਤੇ ਸਤਿਗੁਰੂ ਨੇ 4 ਲਕੀਰਾਂ ਧਰਤੀ ਤੇ ਵਾਹੀਆਂ, ਤੇ ਭਾਈ ਦਇਆ ਸਿੰਘ ਜੀ ਸਨ ਨਾਲ। ਕਹਿੰਦੇ ਭਾਈ ਦਇਆ ਸਿੰਘ ਜੀ ਹੁਣ ਹੱਥ ਮਾਰ ਕੇ ਇਹਨਾਂ ਨੂੰ ਮਿਟੇ ਦਿਓ। ਮਿਟੇ ਦਿੱਤੀਆਂ। ਕਹਿੰਦੇ ਭਾਈ ਦਇਆ ਸਿੰਘ ਜੀ ਇਹਨਾਂ ਨੂੰ ਮਿਟੇਣ ਲੱਗਿਆ ਕੋਈ ਦੁੱਖ ਹੋਇਆ? ਕਹਿੰਦੇ ਨਹੀਂ। ਕਹਿੰਦੇ ਬਸ ਇਹ ਸਰੀਰ ਜਿਹੜੇ ਨੇ ਸਾਹਿਬਜ਼ਾਦੇ ਲਕੀਰਾਂ ਵਰਗੇ ਸਨ, ਬਣੇ ਉਹਦੇ ਹੁਕਮ ਦੇ ਵਿੱਚ ਉਹਨਾਂ ਨੇ ਕੁਰਬਾਨੀ ਕੀਤੀ ਹੈ ਔਰ ਸ਼ਹੀਦ ਹੋ ਗਏ ਨੇ। ਸ਼ਹੀਦ ਦਾ ਜਿਹੜਾ ਕਨਸੈਪਟ ਹੈ ਨਾ, ਇਹਨੂੰ ਸਮਝਣਾ ਬੜਾ ਜ਼ਰੂਰੀ ਹੈ ਅੱਜ ਦੇ ਪ੍ਰਸੰਗ ਦੇ ਵਿੱਚ। ਖਾਸ ਤੌਰ ਤੇ ਸ਼ਹੀਦ ਦਾ ਮਤਲਬ ਇਹ ਨਹੀਂ ਕਿ ਮਨੁੱਖ ਦੀ ਜ਼ਿੰਦਗੀ ਖਤਮ ਹੋ ਗਈ। ਸ਼ਹੀਦ ਦਾ ਮਤਲਬ ਹੈ ਮਨੁੱਖ ਦੀ ਜ਼ਿੰਦਗੀ ਹੁਣ ਸ਼ੁਰੂ ਹੋਈ ਹੈ। ਸ਼ਹੀਦ ਹੋ ਗਿਆ। ਹੋ ਗਿਆ ਦਾ ਮਤਲਬ ਕੀ ਹੈ? ਕੁਝ ਬਣ ਗਿਆ, ਉਹ ਖਤਮ ਨਹੀਂ ਹੋਇਆ। ਸ਼ਹੀਦਾਂ ਦੇ ਸੰਬੰਧ ਦੇ ਵਿੱਚ ਇਹ ਲਫ਼ਜ਼ ਬੜੇ ਮਹਿੰਗੇ ਨੇ ਕਿ ਸ਼ਹੀਦ ਹੋ ਗਿਆ। ਆ ਜਿਹੜੇ ਜਿਸਮ ਨੇ ਇਹਨਾਂ ਦੀਆਂ ਉਮਰਾਂ ਘੱਟ ਨੇ, ਆ ਜਿਹੜੇ ਜਿਸਮ ਨੇ ਇਹਨਾਂ ਦੀਆਂ ਤਾਕਤਾਂ ਘੱਟ ਨੇ, ਪਰ ਸ਼ਹੀਦਾਂ ਦੀ ਹੋਂਦ ਬੜੀ ਵੱਡੀ ਹੈ ਔਰ ਬੜੀ ਤਾਕਤਵਰ ਹੈ। ਅੱਜ ਵੀ ਕੌਮ ਨੂੰ ਜਦੋਂ ਲੋੜ ਪੈਂਦੀ ਹੈ ਤੇ ਸ਼ਹੀਦ ਆਪਣੀ ਕਲਾ ਵਰਤਾ ਕੇ ਕੌਮ ਦੇ ਵਿੱਚ ਕਈਆਂ ਤੋਂ ਸੇਵਾ ਕਰਾਉਂਦੇ। ਇਹ ਸ਼ਹੀਦਾਂ ਦੀ ਦਾਸਤਾਨ ਹੈ ਸਾਰੀ। ਜਦੋਂ ਵੀ ਕਿਤੇ ਲੋੜ ਪੈਂਦੀ ਹੈ ਨਾ, ਆਪਾਂ ਕਹਿੰਦੇ ਆ ਬੰਦਾ ਇੰਨੇ ਜੋਗਾ ਹੈ ਤੇ ਨਹੀਂ ਸੀ, ਇਹ ਕੰਮ ਉਹ ਕਰ ਗਿਆ। ਉੱਥੇ ਸ਼ਬਦ ਦੀ ਕਲਾ ਵਰਤੇ, ਭਾਵੇਂ ਜੋਤ ਦੀ ਕਲਾ ਵਰਤੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ, ਤੇ ਭਾਵੇਂ ਸ਼ਹੀਦਾਂ ਦੀ। ਇਹ ਗੁਰੂ ਦੀ ਮਰਜ਼ੀ ਹੈ ਕਿਹੜੀ ਚੀਜ਼ ਨੂੰ ਅੱਗੇ ਲੈ ਕੇ ਆਉਣਾ। ਤਾਕਤ ਕਿੱਥੋਂ ਆ ਜਾਂਦੀ, ਪਾਵਰ ਕਿੱਥੋਂ ਆ ਜਾਂਦੀ, ਇਹ ਚਾਹ ਕਿੱਥੋਂ ਆ ਜਾਂਦਾ, ਜਜ਼ਬਾਤ ਕਿੱਥੋਂ ਆ ਜਾਂਦਾ। ਜਿਵੇਂ ਹੁਣ ਦਿੱਲੀ ਦੀ ਗੱਲ ਚੱਲਦੀ ਹੈ, ਧਰਨੇ ਦੀ ਗੱਲ ਚੱਲਦੀ ਹੈ, ਤੇ ਉੱਥੇ ਜਾ ਕੇ ਵੇਖੋ ਤੁਸੀਂ, ਮੈਂ ਵੀ ਥੋੜੇ ਦਿਨ ਹੋਏ ਗਿਆ ਸੀ। ਇੰਜ ਸਰੀਰਾਂ ਦੇ ਵਿੱਚ ਭਾਵੇਂ ਚਲੋ ਪਤਿਤ ਵੀ ਨੇ, ਮੋਨੇ ਵੀ ਨੇ, ਉਹਨਾਂ ਦੇ ਅੰਦਰ ਇੰਨਾ ਜਜ਼ਬਾਤ ਤੇ ਮਿਲਾਪ ਇੰਨਾ ਇੱਕ ਦੂਜੇ ਦੇ ਨਾਲ। ਨਹੀਂ ਤੇ 4 ਬੰਦੇ ਇਕੱਠੇ ਬਹਿਣ ਤੇ ਬੰਦਾ ਲੜਾਈ ਪੜਾਈ ਸ਼ੁਰੂ ਹੋ ਜਾਂਦੀ, ਪਰ ਕੋਈ ਕਿਸੇ ਦੇ ਨਾਲ ਵਿਰੋਧ ਨਹੀਂ, ਕੋਈ ਕੁਝ ਨਹੀਂ, ਤੇ ਉਤਸ਼ਾਹ ਤੇ ਉਮੰਗ ਇੰਨੀ ਹੈ। ਤੇ ਸਾਰਾ ਜ਼ੋਰ ਸਰਕਾਰ ਨੇ ਲਾਇਆ ਕਿ ਇਹਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾਏ, ਪਰ ਕਿਸੇ ਦੀ ਕੋਈ ਵਾਹ ਨਹੀਂ ਗਈ। ਇਹ ਕਿੱਥੋਂ ਤਾਕਤ ਆ ਗਈ? ਇਹ ਇਹਨਾਂ ਸ਼ਹੀਦਾਂ ਦੀ ਤਾਕਤ ਹੈ। ਇਸ ਕਰਕੇ ਦਿਨ ਭਾਵੇਂ ਸਾਰੇ ਮਨਾਇਆ ਕਰੋ, ਪਰ ਸ਼ਹੀਦਾਂ ਸਾਹਿਬਜ਼ਾਦਿਆਂ ਦੀ ਜਿਹੜੀ ਯਾਦ ਹੈ ਮਨਾਉਣੀ ਕੌਮ ਵਾਸਤੇ
बड़ी जरूरी है। ये जिहड़ी 13 तरीक है ये तो बड़ी महत्वपूर्ण है सिख कौम के वास्ते। तो सतगुरु की गल मैं तुहाडे नाल साझी कर रहा सी कि जदों ये तिन्ने सिख आ जाते ने, महाराज दे चरण घुटते ने, सतगुरु जी बैठ गए, फिर साध संगत जी इन्ने चिर नूं वो जिहड़ा माली सी ना बाग दा, ये बाग सी दो सिखां दा, गुलाबे दा ते पंजाबा, दो सिख सन, मसंद भी सन, उन्हां दा बाग सी। ये जिहड़ा उहदा नौकर सी उन्हें घर जाके खबर दित्ती भी अपने बाग दे विच कोई होर तरह के इंसान आए ने, उन्हां दे खास ही कोई उन्हां दा पहरावा होर तरह का। गुलाबा आ गया, जदों गुलाबे ने आके वेख्या, महाराज दे कई बारी दर्शन किए सन इन्हें, आण के साध संगत जी ने नमस्कार की, फतेह बुलाई, ते वेख के बड़ा इहनूं दुख होया मन दे विच। इन्ने चिर नूं दिन चढ़ गया ते हुण दिने जाना बहुत औखा सी। सतगुरु ने कहा, गुलाबिया असी रात नूं तेरे घर चलांगे, तू चबारा अपना तैयार कर ले, तेरे चबारे विच निवास करांगे, उत्थे इशनान करांगे। ये फिर अपने घरों दुध गर्म करा के लियाया ते होर पदार्थ लैके आया जो गुरु साहब ने इत्थे छके ने, सिखां ने छके ने। जदों इत्थे साध संगत जी दिन सारा लंघिया ते रात वेले सतगुरु सच्चे पातशाह जी ते सिख जदों मूँह हनेरा होया उदों तुरन लगे। जदों तुरे, इत्थे महाराज ने सारा दिन बंदगी दे विच सिंघां दे नाल गल्लां बातां करदियां, चढ़दी कला दीयां गल्लां करदियां इत्थे विचार कीती। तां जदों इत्थों घर नूं तुरे ते जदों तुरन लगे ना साध संगत जी, इस तरह गुरु साहब ने मोढे का सहारा लिया भाई मान सिंह दे, ते जदों पैर रखिया ना ते पैर धरती ते भार नहीं चलदा शरीर का, क्योंकि पैर इन्ना सुझ चुका सी। पहला तो शरीर गर्म सी ना, पिछों चलदा आया जिउं आनंदपुर साहब तो तुरे। ते कहंदे ने भी 72 घंटे महाराज नूं उदों हो चुके सन कमर कसा कीतिआं नूं, कमर कसा नहीं सी खोलिया गुरु साहब ने लगातार। और गुरु साहब ने इस दौरान हज़ारां की गिनती विच तीर चलाए सन। इन्नी फुरती दे नाल उन्हां तीरां दे नाल ही इन्नी वड्डी फौज जिहड़ी रोकी हुई सी महाराज ने। तां जदों तुरन लगे पैर भार नहीं चलदा ते साध संगत जी लत्त मुड़ गई ते सतगुरु कहंदे भाई दया सिंह जी पैर ते जवाब दे गए ने। उत्थों फिर भाई मान सिंह दे मोढियां ते सवार हो के गुरु साहब इस गुलाबे मसंद दे घर गए ते चबारे दे विच डेरा कीता। इत्थे महाराज ने फिर गर्म जल करा के इत्थे इशनान कीता है, वस्त्र बदले ने। इत्थे फिर कुछ छकिया ते इत्थे कुछ चिर निवास कीता ते साध संगत जी इन्ने चिर नूं ਇਹਦੇ आले दुआले घेरा पै जांदा, फौजी दस्ते आ जांदे ने। और इस माछीवाड़े दे विच डौंडी पिटनी जिन्हों कहंदे ने, ढोल बजा के एक सरकारी बंदा ये उच्ची उच्ची कह रहा है कि इत्थे जे किसी दे घरों कोई सिख जां गुरु फड़िया गया उहदा बाल बच्चा कोल्लू विच पीड़ दिता जाएगा, सरकार दा हुक्म है। जदों ये गल सुनी, गुलाबा ते तगड़ा सी साध संगत जी, पर औखे वेले किसी दे नाल रहना बहुत औखा है। सौखे समय होर चीज़ है, जदों औखा टाइम आउंदा उदों साथ निभाउणा बहुत औखी गल है। जदों ये आवाज़ां आईयां ते गुलाबे दी घर वाली, पंजाबे दी घर वाली, ये बीबियां सन, कुदरती हुंदा है। उन्होंने कहा ते गुरु ते बेपरवाह है, ये तां आपो अपने ख्याल ने। इन्हां ने गुलाबे नूं सद्दिया, गुरु साहब उत्थे उपर चबारे दे विच ने। कहन लगी गुरु साहब नूं बेनती करो भी तुसीं हुण साडे घरों चले जाओ। इसलिए ते महाराज ने इहनूं कहा भी तमाशा वेखण आया। समाप्ति। तां इसलिए इहनूं कहा भी ये तमाशा है।
ਇਹਨੇ ਕਿਹਾ ਵੀ ਕਿਸੇ ਤਰ੍ਹਾਂ ਗੁਰੂ ਸਾਹਿਬ ਨੂੰ ਵਿਦਿਆ ਕਰੋ। ਗੁਲਾਬਾ ਕਹਿੰਦਾ ਮੈਂ ਗੁਰੂ ਸਾਹਿਬ ਨੂੰ ਕਿਵੇਂ ਕਹਾਂ ਵੀ ਸਾਡੇ ਘਰੋਂ ਚਲੇ ਜਾਣ, ਨਾਲੇ ਇਸ ਹਾਲਤ ਵਿੱਚ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਨੇ, ਛੋਟੇ ਬੱਚਿਆਂ ਦਾ ਪਤਾ ਨਹੀਂ ਕਿੱਧਰ ਗਏ ਨੇ, ਉਹਨਾਂ ਦੇ ਪੈਰਾਂ ਵਿੱਚ ਛਾਲੇ ਪਏ ਨੇ, ਨਾਲ ਫੌਜ ਨਹੀਂ, ਮੈਂ ਗੁਰੂ ਸਾਹਿਬ ਨੂੰ ਕਿਵੇਂ ਕਹਿ ਸਕਦਾ। ਉਹਨੇ ਕਿਹਾ ਵੀ ਤੂੰ ਆਪਣੇ ਬੱਚੇ ਮਰਵਾਣੇ ਨੇ, ਸਰਕਾਰ ਕੀ ਕਹਿ ਰਹੀ ਹੈ। ਇਹਨੇ ਕਿਹਾ ਮੈਂ ਨਹੀਂ ਕਹਿ ਸਕਦਾ। ਗੁਲਾਬੇ ਦੀ ਘਰ ਵਾਲੀ ਕਹਿੰਦੀ ਕਹਿਣ ਦੀ ਲੋੜ ਹੈ ਹੀ ਨਹੀਂ, ਮੈਂ ਇੱਕ ਤਰੀਕਾ ਵਰਤ ਦਿੰਦੀ ਹਾਂ, ਗੁਰੂ ਸਾਹਿਬ ਆਪੇ ਸਮਝ ਜਾਣਗੇ। ਤਰੀਕਾ ਕੀ ਸੀ? ਥਾਲ ਦੇ ਵਿੱਚ 4 ਮੋਹਰਾਂ ਸਨ, ਜਿਹੜੀਆਂ ਪੈਸੇ ਜਿਹੜੇ ਉਦੋਂ ਚੱਲਦੀ ਸੀ, ਕਰੰਸੀ ਚੱਲਦੀ ਸੀ, ਉਹ ਰੱਖੀ ਤੇ ਉੱਤੇ ਪਾਇਆ ਕੱਪੜਾ। ਕਹਿਣ ਲੱਗੀ ਲੈ ਆ, ਲੈ ਕੇ ਗੁਰੂ ਸਾਹਿਬ ਦੇ ਅੱਗੇ ਰੱਖ ਕੇ ਮੱਥਾ ਟੇਕਦੇ, ਆਪੇ ਸਮਝ ਜਾਣਗੇ ਤੇ ਤੁਰ ਜਾਣਗੇ। ਇਹ ਵੀ ਸਮਾਂ ਆਇਆ ਗੁਰੂ ਸਾਹਿਬ ਦੇ ਉੱਤੇ। ਗੁਲਾਬਾ ਨਾ ਮਨ ਮੰਨੇ। ਕਈ ਵਾਰੀ ਬੰਦਾ ਕੋਈ ਕੰਮ ਕਰਦਾ ਸਾਧ ਸੰਗਤ ਜੀ, ਪਰਿਵਾਰ ਬਹੁਤ, ਤਾਂ ਇਹ ਤੈਨੂੰ ਭਵਜਲ ਕਿਹਾ ਹੈ। ਕਈ ਵਾਰੀ ਚੰਗੇ ਬੰਦੇ ਵੀ ਵਿਚਾਰੇ ਮਾੜੇ ਫੈਸਲੇ ਲੈ ਲੈਂਦੇ ਨੇ। ਇਹ ਪਰਿਵਾਰ ਇਹਨੂੰ ਭਵਜਲ ਸਮੁੰਦਰ ਕਿਹਾ ਹੀ ਤਾਂ ਸੰਸਾਰ ਨੂੰ। ਨਾ ਮੰਨੇ ਮਨ ਦੇ ਨਾਲ ਇਹ ਗੁਲਾਬਾ ਥਾਲੀ ਲੈ ਕੇ ਪੌੜੀਆਂ ਚੜ੍ਹਿਆ ਤੇ ਗੁਰੂ ਸਾਹਿਬ ਪਲੰਗ ਤੋਂ ਇੱਕਦਮ ਉੱਠੇ ਤੇ ਭਾਈ ਦਇਆ ਸਿੰਘ ਕਹਿੰਦੇ ਮਹਾਰਾਜ ਠਹਿਰੋ, ਬਾਹਰ ਪੁਲਿਸ ਫੌਜ ਤੁਰੀ ਫਿਰਦੀ। ਕਹਿੰਦੇ ਨਹੀਂ, ਇੱਥੋਂ ਜਾਣਾ ਭਾਈ ਦਇਆ ਸਿੰਘ ਜੀ, ਜਲਦੀ ਜਾਣਾ। ਅੰਤਰਜਾਮੀ ਨੇ। ਪੌੜੀਆਂ ਉਤਰ ਕੇ ਜਦੋਂ ਗੁਲਾਬਾ ਚੜ੍ਹਿਆ, ਗੁਲਾਬਾ ਅਜੇ 4 ਪੌੜੀਆਂ ਚੜ੍ਹਿਆ ਸੀ, ਗੁਰੂ ਸਾਹਿਬ 2-3 ਪੌੜੀਆਂ ਉੱਤਰ ਆਏ। ਜਦੋਂ ਉਹਨੇ ਉੱਪਰ ਧਿਆਨ ਕੀਤਾ, ਥਾਲੀ ਲੈ ਕੇ ਆ ਰਿਹਾ ਸੀ ਵਿਦਾਇਗੀ ਵਾਲੀ, ਤੇ ਸਤਿਗੁਰਾਂ ਨੇ ਉਸੇ ਵੇਲੇ ਆਵਾਜ਼ ਦਿੱਤੀ। ਉਹਦੇ ਕੁਝ ਕਹਿਣ ਤੋਂ ਪਹਿਲਾਂ ਹੀ ਕਹਿ ਦਿੱਤਾ, ਕਹਿੰਦੇ ਗੁਲਾਬਿਆ ਅਸੀਂ ਜਾਣਾ ਹੈ, ਲਿਆ ਕੁਝ ਭੇਟਾ ਦੇ, ਜਿਹੜੀ ਦੇਣੀ ਆ ਦੇ, ਅਸੀਂ ਜਾਈਏ। ਫਿਰ ਉਹਦੇ ਮੂੰਹੋਂ ਕੁਝ ਕਹਿਣ ਨਹੀਂ ਦਿੱਤਾ। ਉਹਨੇ ਸ਼ੁਕਰ ਕੀਤਾ, ਮਾਪੀ ਕਹਿੰਦੇ। ਉਹਨੇ ਭੇਟਾ ਦਿੱਤੀ, ਗੁਰੂ ਸਾਹਿਬ ਉੱਥੋਂ ਨਿਕਲੇ। ਤੇ ਭਾਈ ਦਇਆ ਸਿੰਘ ਕਹਿੰਦੇ ਮਹਾਰਾਜ ਤੁਸੀਂ ਆਪ ਹੀ ਕਿਉਂ ਇਹਨੂੰ ਕਹਿ ਦਿੱਤਾ ਵੀ ਲਿਆ ਭੇਟਾ ਦੇ, ਇੰਨੀ ਕਾਹਲੀ ਕਾਹਦੀ ਸੀ? ਕਹਿਣ ਲੱਗੇ ਭਾਈ ਦਇਆ ਸਿੰਘ ਜੀ, ਗੁਲਾਬੇ ਨੇ ਸਾਡੀ ਬੜੀ ਸੇਵਾ ਕੀਤੀ ਹੈ, ਇਹਦੇ ਬਾਗ ਵਿੱਚ ਰਹੇ ਹਾਂ, ਦੁੱਧ ਪੀਤਾ, ਇਹਦੇ ਚੁਬਾਰੇ ਵਿੱਚ ਰਹੇ ਹਾਂ, ਵੇਖੋ ਇਹਨੇ ਕਿੰਨੀ ਸੇਵਾ ਕੀਤੀ, ਪਹਿਲਾਂ ਵੀ ਕਰਦਾ ਰਿਹਾ। ਤੇ ਆਹ 2 ਲਫ਼ਜ਼ ਜੇ ਸਾਨੂੰ ਕਹਿ ਦਿੰਦਾ ਵੀ ਸਾਡੇ ਘਰੋਂ ਚਲੇ ਜਾਓ, ਤੇ ਇਹਦੀ ਸੇਵਾ ਸਾਰੀ ਖਰਾਬ ਹੋ ਜਾਣੀ ਸੀ। ਅਸੀਂ ਸੋਚਿਆ ਇਹਦੀ ਸੇਵਾ ਨਾ ਖਰਾਬ ਹੋਏ, ਅਸੀਂ ਆਪ ਹੀ ਇਹਨੂੰ ਕਹਿ ਦੀ ਵੀ ਅਸੀਂ ਜਾਣਾ। ਗੁਰੂ ਇੰਨਾ ਧਿਆਨ ਰੱਖਦਾ ਸਿੱਖ ਦਾ। ਉੱਥੋਂ ਭਾਈ ਗਣੀ ਖਾਂ ਤੇ ਭਾਈ ਨਬੀ ਖਾਂ ਦੇ ਘਰ ਉਹ ਆਣ ਕੇ ਲੈ ਕੇ ਜਾਂਦੇ, ਜਿੱਥੇ ਅੱਜ ਗੁਰਦੁਆਰਾ ਸਾਹਿਬ ਬਣਿਆ। ਜਦੋਂ ਇੱਥੇ ਗਏ ਫਿਰ ਸਲਾਹ ਹੁੰਦੀ ਏ, ਤੇ ਸਾਧ ਸੰਗਤ ਜੀ ਇਸ ਥਾਂ ਤੇ ਫਿਰ ਸਤਿਗੁਰਾਂ ਨੇ ਉੱਥੋਂ ਭਾਈ ਗਣੀ ਖਾਨ ਨੂੰ ਇੱਕ ਘਰ ਵਿੱਚ ਭੇਜਦੇ ਨੇ। ਕਹਿੰਦੇ ਅਸੀਂ ਇੱਥੋਂ ਜਾਣਾ, ਇੱਕ ਕੰਮ ਕਰ, ਐਸ ਗਲੀ ਵਿੱਚ ਜਾ, ਇੱਕ ਬਜ਼ੁਰਗ ਮਾਈ ਏ ਜਿਹਦੀਆਂ ਅੱਖਾਂ ਵੀ ਜਵਾਬ ਦੇ ਗਈਆਂ ਨੇ, ਜਾਂ ਉਹਨੂੰ ਕਹਿ ਕੇ ਆਈ ਕਿ ਗੁਰੂ ਸਾਹਿਬ ਜਿਹੜਾ ਤੂੰ ਸਾਡੇ ਵਾਸਤੇ ਕੱਪੜਾ ਤਿਆਰ ਕੀਤਾ ਨਾ ਉਣ ਕੇ, ਉਹ ਕੱਪੜਾ ਸਾਨੂੰ ਦੇ। ਇਹ ਮਾਈ ਦਾ ਨਾਂ ਸੀ ਹਰਦੇਈ, ਮਾਈ ਹਰਦੇਈ ਇਹਦਾ ਨਾਂ ਸੀ। ਜਦੋਂ ਇਹਦੇ ਘਰ ਗਣੀ ਖਾਂ ਗਿਆ ਤੇ ਇਹਨੇ ਕਿਹਾ ਮਾਈ, ਦਰਵਾਜ਼ਾ ਖੜਕਾਇਆ, ਉਹਨੇ ਵਿਚਾਰੀ ਖੂੰਡੀ ਫੜ ਕੇ ਦਰਵਾਜ਼ਾ ਖੋਲ੍ਹਿਆ। ਕਹਿਣ ਲੱਗੀ ਕੌਣ? ਕਹਿੰਦੇ ਮੈਂ ਗਣੀ ਖਾਂ। ਕਿੱਧਰ ਆਏ? ਕਹਿੰਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਆਏ ਨੇ। ਜਦੋਂ ਇਹ ਗੱਲ ਸੁਣੀ, ਅੱਖਾਂ ਉਹਦੀਆਂ ਜਵਾਬ ਦੇ ਚੁੱਕੀਆਂ ਸਨ, ਪਰ ਗੁਰੂ ਸਾਹਿਬ ਦਾ ਨਾਂ ਸੁਣ ਕੇ, ਤੇ ਗੁਰੂ ਸਾਹਿਬ ਨੇ ਤੇਰੇ ਕੋਲੋਂ ਵਸਤਰ ਮੰਗਿਆ, ਤੇ ਉਹ ਕਹਿੰਦੇ ਵੀ ਇਹ ਤਿਆਰ ਕਰਦੀ ਰਹੀ ਏ, ਕਿਉਂਕਿ ਇਹ ਬੜੇ ਚਿਰ ਦਾ ਇਹ ਕੱਪੜਾ ਤਿਆਰ ਕਰਦੀ ਸੀ ਮਾਈ ਹਰਦੇਈ ਜਿਹੜੀ ਸੀ। ਤੇ ਨਾਲ ਨਾਲ ਸਾਧ ਸੰਗਤ ਜੀ ਇਹ ਬੇਨਤੀਆਂ ਕਰਦੀ ਸੀ ਵੀ ਸਤਿਗੁਰੂ ਕਦੋਂ ਇਹ ਆਓਗੇ ਤੇ ਇੱਥੇ ਆਓ, ਮੈਂ ਤਾਂ ਆ ਨਹੀਂ ਸਕਦੀ, ਬਜ਼ੁਰਗ ਹੋ ਗਈ, ਤੇ ਮੈਂ ਇਹ ਭੇਟਾ ਕਰਨਾ ਹੈ। ਸਤਿਗੁਰੂ ਨੇ ਕਿਰਪਾ ਕੀਤੀ, ਉਹ ਨਾਲੇ ਵਸਤਰ ਲੈ ਆਈ ਤੇ ਨਾਲ ਹੀ ਗਣੀ ਖਾਂ ਦੇ ਨਾਲ ਉਹਦੇ ਘਰ ਆ ਗਏ। ਗੁਰੂ ਸਾਹਿਬ ਨੂੰ ਮੱਥਾ ਟੇਕਿਆ ਉਹ ਵਸਤਰ। ਸਤਿਗੁਰੂ ਬੜੇ ਖੁਸ਼ ਹੋਏ, ਬਜ਼ੁਰਗ ਸੀ ਪਰ ਇਹਦੀਆਂ ਅੱਖਾਂ ਚਮਕ ਉੱਠੀਆਂ। ਗੁਰੂ ਸਾਹਿਬ ਕਿਉਂ, ਇੱਕ ਤੇ ਸੇਵਾ ਪੂਰੀ ਹੋਈ, ਇਹਨੇ ਰੇਜਾ ਤਿਆਰ ਕੀਤਾ ਸੀ ਮਹਾਰਾਜ ਵਾਸਤੇ। ਇੱਥੇ ਹੀ ਗੁਰੂ ਸਾਹਿਬ ਨੇ ਫਿਰ ਕਿਹਾ ਵੀ ਦੱਸ ਤੇਰੀ ਇੱਛਾ ਕੀ ਏ? ਤੇ ਮਾਈ ਨੇ ਮੱਥਾ ਟੇਕ ਦਿੱਤਾ। ਕਹਿਣ ਲੱਗੀ ਹੁਣ ਇੱਛਾ ਕੋਈ ਨਹੀਂ, ਇੱਛਾ ਇੱਕੋ ਹੈ, ਆਪ ਜੀ ਦੇ ਦਰਸ਼ਨ ਕਰਨ ਦੀ ਇੱਛਾ ਸੀ ਤੇ ਆਹ ਵਸਤਰ ਭੇਟਾ ਕਰਨ ਦੀ ਇੱਛਾ ਸੀ, ਇਹ ਪੂਰੀ ਹੋ ਗਈ। ਹੁਣ ਕਿਰਪਾ ਕਰ ਦਿਓ ਸੱਚੇ ਪਾਤਸ਼ਾਹ, ਇਹ ਸਰੀਰ ਦੇ ਸਵਾਸ ਪੂਰੇ ਹੋ ਜਾਣ,
ਆਪ ਜੀ ਦੇ ਚਰਨਾਂ ਵਿੱਚ ਸਫਲ ਹੋ ਜਾਏ। ਸਤਿਗੁਰਾਂ ਨੇ ਉੱਥੇ ਕਿਰਪਾ ਕੀਤੀ, ਮਾਈ ਸਰੀਰ ਛੱਡ ਗਈ, ਇਹਨੇ ਇੱਥੇ ਸਰੀਰ ਤਿਆਗਿਆ ਸੀ। ਇੱਥੋਂ ਫਿਰ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਉਹ ਜਿਹੜਾ ਖੱਦਰ ਸੀ, ਰੇਜਾ ਸੀ, ਉਹਨੂੰ ਰੰਗ ਕਰਾਇਆ, ਉਹਨੂੰ ਗੁਰੂ ਕੇ ਸਵਾਰੇ ਨੀਲਾ ਰੰਗ ਕਰਾਇਆ, ਨੀਲਾ ਚੋਲਾ ਪਹਿਨਿਆ, ਨਾਲ ਦੇ ਤਿੰਨਾਂ ਸਿੱਖਾਂ ਨੂੰ ਵੀ ਨੀਲੇ ਕੱਪੜੇ ਪਵਾਏ, ਗਣੀ ਖਾਂ ਤੇ ਨਬੀ ਖਾਂ, ਤੇ ਨਾਲ ਇੱਕ ਲਿਆ ਜਿਹੜਾ ਗੁਰੂ ਸਾਹਿਬ ਨੂੰ ਫਾਰਸੀ ਪੜ੍ਹਾਉਣ ਵਾਲਾ ਗੁਰੂ ਸਾਹਿਬ ਦਾ ਉਸਤਾਦ ਸੀ, ਉਹਨੂੰ ਵੀ ਸੱਦਿਆ। ਇੱਥੋਂ ਮਹਾਰਾਜ ਫਿਰ ਚੋਜ ਕਰਦੇ ਹੋਏ ਇੱਥੋਂ ਨਿਕਲੇ, ਉੱਚ ਦੇ ਪੀਰ ਬਣ ਕੇ ਅੱਗੇ ਇੱਧਰ ਆਲਮਗੀਰ ਸਾਹਿਬ ਆਏ ਨੇ, ਰਾਏਕੋਟ ਤੇ ਮੁਕਤਸਰ ਸਾਹਿਬ ਦੀ ਧਰਤੀ ਤੇ ਗਏ। ਇਸ ਤਰ੍ਹਾਂ ਚੋਜ ਕਰਦੇ ਹੋਏ ਸਤਿਗੁਰਾਂ ਨੇ ਜੋ ਇਹਨਾਂ ਦਿਨਾਂ ਦੇ ਵਿੱਚ ਆਏ ਸਾਲ ਹਰ ਇੱਕ ਸਿੱਖ ਇਹਨਾਂ ਦਿਨਾਂ ਨੂੰ ਯਾਦ ਕਰਦਾ ਹੈ। ਕਿਉਂ? ਇਹ ਦਿਨ ਕੁਝ ਤਾਜ਼ਗੀ ਭਰਦੇ ਨੇ ਸਰੀਰਾਂ ਦੇ ਵਿੱਚ। ਵੈਸੇ ਅਸੀਂ ਯਤਨ ਕੀਤਾ ਵੀ ਆਏ ਮਹੀਨੇ ਦੀ 13 ਤਰੀਕ ਨੂੰ ਸਾਹਿਬਜ਼ਾਦੇ ਸੇਵਾ ਦਲ ਵੱਲੋਂ ਇੱਕ ਜਥੇਬੰਦਕ ਢਾਂਚੇ ਨੂੰ ਉਲੀਕਿਆ ਜਾਏ ਸਿੱਖੀ ਦੇ ਪ੍ਰਚਾਰ ਵਾਸਤੇ। ਔਰ ਜਿਹੜੇ ਵੀ ਪਿੰਡ ਵਿੱਚ ਇੱਕ ਦੋ ਸਿੰਘ ਸਾਨੂੰ ਇਸ ਸੰਬੰਧ ਦੇ ਵਿੱਚ ਉਤਸ਼ਾਹਿਤ ਮਿਲਦੇ ਨੇ, ਉਹਨਾਂ ਨਾਲ ਅਸੀਂ ਗੁਰੂ ਸਾਹਿਬ ਜੀ ਦੇ ਆਸਰੇ ਨਾਲ ਵਾਅਦਾ ਕਰੀਦਾ ਵੀ ਤੁਹਾਨੂੰ ਅਸੀਂ ਪਿੰਡ ਵਿੱਚ ਰਹਿ ਕੇ ਪ੍ਰਚਾਰ ਕਰਨ ਦੀ ਜਿੰਨੀ ਹੋ ਸਕੀ ਟ੍ਰੇਨਿੰਗ ਦਿਆਂਗੇ। ਸੋ ਇਹ ਦਿਨ ਜ਼ਰੂਰ ਮਨਾਇਆ ਕਰੋ 13 ਤਰੀਕ ਵਾਲਾ, ਆਏ ਮਹੀਨੇ, ਭਾਵੇਂ ਦੇਸੀ ਦੇ ਆਏ ਮਹੀਨੇ। ਸੋ ਆਓ ਸਤਿਗੁਰਾਂ ਦੀ ਯਾਦ ਦੇ ਵਿੱਚ 2-4 ਮਿੰਟ ਵਾਸਤੇ ਸਿਮਰਨ ਕਰਕੇ ਸਾਰੇ ਸਮਾਪਤੀ ਕਰੀਏ। ਕਿਰਪਾ ਕਰੋ, ਸਾਰੇ ਬੋਲਿਆ ਕਰੋ, ਬੋਲਣ ਤੋਂ ਸੰਗਿਆ ਨਾ ਕਰੋ। ਵਾਹਿਗੁਰੂ 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 ਸੋ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਪੂਰਾ ਸਮਾਂ ਪੂਰੀ ਇਕਾਗਰਤਾ ਦੇ ਨਾਲ ਬੜੇ ਧਿਆਨ ਨਾਲ ਸਰਵਣ ਕੀਤਾ ਹੈ। ਸਮੂਹ ਪ੍ਰਬੰਧਕ ਵੀਰਾਂ ਦਾ ਸਤਿਕਾਰਯੋਗ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਦੇ ਦਰ ਘਰ ਬੇਨਤੀ ਕਰਨ ਵਾਲੇ ਭਾਈ ਸੁਲਤਾਨ ਸਿੰਘ, ਉਹਨਾਂ ਨੇ ਪਿਛਲੇ ਸਾਲ ਵੀ ਹੁਕਮ ਕੀਤਾ ਸੀ, ਸਮਾਂ ਨਹੀਂ ਬਣਿਆ। ਸੋ ਇਸ ਵਾਰੀ ਆਪ ਜੀ ਦੇ ਦਰਸ਼ਨ
ਹੋਏ ਹਨ। ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਭੁੱਲਾਂ ਦੀ ਖਿਮਾ ਕਰਨੀ। ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।